ਵਿੱਕੀ ਮਿੱਡੂ ਖੇੜਾ ਮਾਰਤਾ, ਉਦੋਂ ਪਹਿਲਾਂ ਮਲੋਟ ਮੰਨਾ ਮਾਰਤਾ, ਇਸ ਤਰ੍ਹਾਂ ਦੇ ਨੌਜਵਾਨ, ਕੁਲਬੀਰ ਨਰੂਆਣਾ ਮੁੰਡਾ ਤੁਹਾਡੇ ਬਠਿੰਡੇ ਵਾਲਾ ਮਾਰਤਾ, ਲਾਰੈਂਸ ਬਿਸ਼ਨੋਈ ਹੈ ਮੁੰਡਾ, ਉਹਦਾ ਨਾਂ ਹੈ। ਇਹਨਾਂ ਦਾ ਕੌਜ਼ ਕੀ ਹੈ ਜੀ? ਇਹ ਕਿਉਂ ਹਥਿਆਰ ਚੱਕ ਰਹੇ ਹੈ? ਕਹਿਣ ਵਾਲੇ ਵੀ ਕਹਿਣਗੇ ਪੁਲਿਸ ਆਪਦਾ ਕੰਮ ਕਰਦੀ ਹੈ ਨਾ, ਪਰ ਇਹ ਗੱਲਾਂ ਉਹੀ ਕਹਿੰਦੇ ਨੇ ਜਿਨ੍ਹਾਂ ਦਾ ਵਾਹ ਨਹੀਂ ਪਿਆ ਹੁੰਦਾ ਪੁਲਿਸ ਨਾਲ। ਜਦੋਂ ਤੁਹਾਡਾ ਪੁਲਿਸ ਨਾਲ ਵਾਹ ਪੈਂਦਾ, ਉਹ ਪੁਲਿਸ ਕਿਵੇਂ ਕੰਮ ਕਰਦੀ ਹੈ। ਤੁਸੀਂ ਕਿਹਾ ਕਿ ਪੁਲਿਸ ਜਿਹੜੀ ਹੈ ਉਹ ਕਦੇ ਨਾਇਕ ਨਹੀਂ ਹੋ ਸਕਦੀ। ਉਹੀ ਪੰਜਾਬ ਦਾ ਪੁੱਤ ਹੁੰਦਾ ਜਦੋਂ ਤੱਕ ਉਹ ਪੰਜਾਬ ਪੁਲਿਸ ਦਾ ਟੈਸਟ ਕਲੀਅਰ ਕਰਕੇ ਭਰਤੀ ਨਹੀਂ ਹੋਇਆ ਹੁੰਦਾ, ਉਹਦੇ ਜ਼ਹਿਨ ਅੰਦਰ ਉਹੀ ਉਬਾਲੇ ਹੁੰਦੇ ਆ, ਉਹੀ ਉਹਦੀ ਤਬੀਅਤ ਵੀ ਉਹੋ ਜਿਹੀ ਹੁੰਦੀ ਹੈ। ਐਸਾ ਕੀ ਬਦਲ ਜਾਂਦਾ ਹੈ ਕਿ ਜਦੋਂ ਉਹਦੇ ਵਰਦੀ ਪੈ ਜਾਂਦੀ ਹੈ ਉਸ ਤੋਂ ਬਾਅਦ ਉਹ ਜਿਹੜਾ ਉਹ ਲੋਕਾਂ ਦਾ ਦੁਸ਼ਮਣ ਬਣ ਜਾਂਦਾ? ਇਹੋ ਜਿਹੇ ਪਾਤਰ ਵੀ ਮੈਂ ਦੇਖੇ ਕਿ ਉਹ ਜੇਲ੍ਹ 'ਚ ਜੇ ਰਹੇ ਤਾਂ ਜੇਲ੍ਹ 'ਚ ਵੀ ਉਹਨਾਂ ਨੂੰ ਲੋਕ ਮਿਲਣ ਜਾਂਦੇ ਸੀ ਤਾਂ ਕਹਿੰਦੇ ਹੁੰਦੇ ਸੀ ਕਿ ਉਹ ਬਾਈ ਤਾਂ ਜੇਲਰ ਦੇ ਕਮਰੇ 'ਚ ਹੀ ਬੈਠਾ ਰਹਿੰਦਾ ਕੁਰਸੀ 'ਤੇ। ਮਤਲਬ ਜਿੱਦਾਂ ਹਿੰਦੀ 'ਚ ਦਬੰਗ ਚੱਲ ਜਾਂਦੀ ਆ ਹੈ ਨਾ, ਜਾਂ ਹੋਰ ਬਹੁਤ ਸਾਰੀਆਂ ਫਿਲਮਾਂ ਨੇ ਹੈ ਨਾ, ਵੀ ਪੁਲਿਸ ਵਾਲਾ ਇੰਸਪੈਕਟਰ ਹੀਰੋ ਆ, ਉਹ ਕੁੱਟਦਾ, ਲੋਕ ਬਹੁਤ ਇੰਜੋਏ ਕਰਦੇ ਆ। ਪੰਜਾਬੀ 'ਚ ਪੁਲਿਸ ਵਾਲਾ ਹੀਰੋ ਨਹੀਂ ਗੱਲ ਕਰਦਾ। ਇੱਕ ਥਾਣੇਦਾਰ ਜਾਂ ਕੋਈ ਸਿਪਾਹੀ ਕਿਸੇ ਧੀ ਭੈਣ ਦੀ ਗੁੱਤ ਪੱਟਦਾ, ਜਾਂ ਕੋਈ ਰਾਜਨੇਤਾ ਕਿਸੇ ਧੀ ਭੈਣ ਦੀ ਗੁੱਤ ਪੱਟਦਾ, ਇਹ ਇੱਕ ਅਸੱਭਿਅਕ ਸਮਾਜ, ਅਸੱਭਿਅਕ ਰਾਜਨੀਤੀ, ਅਸੱਭਿਅਕ ਪੁਲਿਸ ਤੰਤਰ ਦਾ। ਤੁਸੀਂ ਕਿਸੇ ਮੁੰਡਿਆਂ ਤੋਂ, ਜਵਾਕਾਂ ਤੋਂ ਇਸ ਟਾਈਮ ਇਹ ਪੁੱਛ ਕੇ ਦੇਖੋ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕਿਹੜੇ ਸੰਕਟ 'ਚ ਹੈ ਇਸ ਵੇਲੇ, ਦੱਸੋ। ਬਸ ਇਹ ਲਿਖ ਦਿਓ ਤੁਸੀਂ, ਕੋਈ ਨਹੀਂ ਦੱਸ ਸਕਦਾ। ਜੇ ਪੰਜਾਬ ਯੂਨੀਵਰਸਿਟੀ ਮੰਨ ਲਓ ਕੱਲ ਨੂੰ ਖੋ ਵੀ ਲਈ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਨੂੰ ਸੰਕਟ ਦਾ ਹੀ ਨਹੀਂ ਪਤਾ। ਜਿਹੜੇ ਲੋਕਾਂ ਨੂੰ ਸੰਕਟ ਦਾ ਨਹੀਂ ਪਤਾ, ਉਹਨਾਂ ਨੂੰ ਨੁਕਸਾਨ ਦਾ ਵੀ ਨਹੀਂ ਪਤਾ। ਪੰਜਾਬ ਦੀ ਜਰਖੇਜ਼ ਧਰਤੀ ਨੇ ਮਹਾਨ ਸਪੂਤ ਪੈਦਾ ਕੀਤੇ, ਲਹਿਰਾਂ ਪੰਜਾਬ ਨੇ ਦੇਖੀਆਂ ਨੇ, ਚਾਹੇ 70 ਦੇ ਦਹਾਕੇ ਦੀ ਹੋਵੇ, ਖਾੜਕੂਵਾਦ ਦੀ ਲਹਿਰ ਹੋਵੇ, ਕੌਜ਼ ਪਿੱਛੇ ਲੜਨ ਵਾਲੇ ਸੂਰਮੇ ਰਹੇ ਨੇ ਪੰਜਾਬ 'ਚ। ਪਿਛਲੇ 2-2.5 ਦਹਾਕਿਆਂ ਤੋਂ ਇੱਕ ਰਿਵਾਜ ਚੱਲਿਆ ਕਿ ਗੈਂਗਸਟਰਵਾਦ ਜਿਹੜਾ ਕਦੇ ਯੂਪੀ ਦਾ ਸੁਣਿਆ ਕਰਦੇ ਸੀਗੇ, ਉਹ ਪੰਜਾਬ ਦੇ ਵਿੱਚ ਪੈਦਾ ਹੋਣਾ ਸ਼ੁਰੂ ਹੋਇਆ। ਔਰ ਇਸ ਸਬਜੈਕਟ ਦੇ ਉੱਤੇ ਅਮਰਦੀਪ ਸਿੰਘ ਗਿੱਲ ਹੋਣਾ ਨੇ ਫਿਲਮ ਬਣਾਈ ਜੋਰਾ, ਔਰ ਉਹਦੇ ਵਿੱਚ ਇਹਨੂੰ ਬਖੂਬੀ ਦਿਖਾਇਆ ਕਿ ਸਿਸਟਮ ਕਿਵੇਂ ਜ਼ਿੰਮੇਦਾਰ ਹੁੰਦਾ ਹੈ। ਬੀਤੇ ਕੁਝ ਹਫ਼ਤਿਆਂ ਤੋਂ ਪੰਜਾਬ ਦੇ ਵਿੱਚ ਕਈ ਐਸੀਆਂ ਘਟਨਾਵਾਂ ਵਾਪਰੀਆਂ ਜਿਹਦੇ ਕਰਕੇ ਧਿਆਨ ਹਰੇਕ ਦਾ ਗੈਂਗਸਟਰਵਾਦ ਵੱਲ ਦੇ ਗਿਆ, ਔਰ ਇਹ ਅਸੀਂ ਸੋਚਣ ਨੂੰ ਮਜਬੂਰ ਹਾਂ ਕਿ ਦਰਅਸਲ ਕਾਰਨ ਕੀ ਨੇ ਜੋ ਹਰ ਰੋਜ਼ ਕੋਈ ਨਾ ਕੋਈ ਮੌਤ ਜਿਹੜੀ ਹੈ ਇੱਕ ਦੂਜੇ ਨੂੰ ਮਾਰ ਕੇ, ਅਸੀਂ ਦੇਖਿਆ ਕਿ ਦੋਸਤ ਹੋਣ ਚਾਹੇ ਗੈਂਗਸਟਰ ਹੋਣ, ਇਸ ਤਰ੍ਹਾਂ ਹੋ ਰਿਹਾ ਹੈ। ਇਸੇ ਮੌਜੂ ਦੇ ਉੱਤੇ ਅੱਜ ਗੱਲਬਾਤ ਕਰਦੇ ਹਾਂ। ਗਿੱਲ ਸਾਹਿਬ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਸ਼ੁਰੂਆਤ ਇੱਥੋਂ ਹੀ ਹੈ ਕਿ ਜ਼ੋਰਾ ਦਾ ਜਿਹੜਾ ਸਬਜੈਕਟ ਸੀਗਾ ਉਹ ਪ੍ਰੈਕਟੀਕਲ ਚੀਜ਼ਾਂ ਦੱਸਣ ਲੱਗ ਗਈਆਂ ਜੋ ਤੁਸੀਂ ਫਿਲਮ ਦੇ ਵਿੱਚ ਦਿਖਾਇਆ। ਜੀ ਜੀ, ਫਿਲਮ ਜ਼ਹਿਨ ਚ ਆਈ ਸੀ ਕਿ ਚੀਜ਼ਾਂ ਦੇਖੀਆਂ ਸੀ ਤਾਂ ਉਹਨੂੰ ਲਿਖਣਾ ਪਿਆ ਤੁਹਾਨੂੰ? ਹਾਂਜੀ, ਮੈਂ ਪਹਿਲਾਂ ਵੀ ਦੱਸ ਚੁੱਕਿਆ। ਇਹ ਸਾਰੀਆਂ ਗੱਲਾਂ, ਇਹ ਸਾਰੇ ਵਰਤਾਰੇ ਮੈਂ ਵੇਖੇ ਨੇ। ਉਹ ਮੇਰੀ ਕੋਈ ਕਲਪਨਾ ਨਹੀਂ ਸੀ। ਮੈਂ ਬਠਿੰਡੇ ਦਾ ਜੰਮ ਵਾਲਾ, ਔਰ ਜੋਰਾ ਦੇ ਬਹੁਤ ਸਾਰੇ ਕਰੈਕਟਰ ਆ ਜਿਹੜੇ ਉਹ ਬਠਿੰਡੇ ਦੇ ਆਸ-ਪਾਸ ਦੇ ਨੇ। ਉਹਨਾਂ ਨੂੰ ਮੈਂ ਆਪਣੇ ਹਿਸਾਬ ਨਾਲ, ਉਹਨਾਂ ਦੇ ਨਾਮ ਬਦਲੇ ਹੋ ਸਕਦੇ ਆ ਜਾਂ ਘਟਨਾਵਾਂ ਨੂੰ ਅੱਗੇ ਪਿੱਛੇ ਕੀਤਾ ਹੋ ਸਕਦਾ, ਪਰ ਬਹੁਤ ਸਾਰੀਆਂ ਘਟਨਾਵਾਂ ਉਹ ਵਾਪਰੀਆਂ ਮੈਂ ਵੇਖੀਆਂ। ਜਦੋਂ ਮੈਂ ਕਾਲਜ 'ਚ ਪੜ੍ਹਦਾ ਸੀ, ਬਹੁਤ ਸਾਰੇ ਪਾਤਰਾਂ ਨੂੰ ਮੈਂ ਉਦੋਂ ਮਿਲਿਆ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਮੈਂ ਫੋਲੋ ਕਰਦਾ ਰਿਹਾ ਕਿ ਅਸਲ 'ਚ ਕਹਾਣੀ ਕਿੱਧਰ ਨੂੰ ਜਾ ਰਹੀ ਹੈ। ਤਾਂ ਮੈਨੂੰ ਇੱਦਾਂ ਲੱਗਿਆ ਕਿ ਇਹ ਉਹ ਪਾਤਰ ਤਾਂ ਮੇਰੇ ਲਈ ਦਿਲਚਸਪ ਸੀਗੇ ਹੀ, ਪਰ ਅਸਲ 'ਚ ਜਿਹੜੀ ਕਹਾਣੀ ਉਹਨਾਂ ਦੇ ਪਿੱਛੇ ਸੀ ਉਹ ਵਧੇਰੇ ਦਿਲਚਸਪ ਸੀ। ਕਿ ਇਹ ਜਿਸ ਤਰ੍ਹਾਂ ਕੋਈ
ਮੇਰਾ ਸੀਨੀਅਰ ਕਾਲਜ ਵੇਲੇ ਪੜ੍ਹਦਾ ਹਨਾ, ਸਾਡਾ ਬਾਈ ਆ ਉਹ ਵੱਡਾ ਵੀ ਸਾਡੇ ਤੋਂ ਸੀਨੀਅਰ, ਰਜਿੰਦਰਾ ਕਾਲਜ ਬਠਿੰਡਾ ਦੇ ਅਸੀਂ ਵਿਦਿਆਰਥੀ। ਉਹ ਬਾਅਦ ਦੇ ਵਿੱਚ ਉਹ ਫਿਰ ਉਹ ਸਾਰੇ ਇਲਾਕੇ ਦਾ ਹੀ ਬਾਈ ਬਣ ਗਿਆ, ਗੱਡੀਆਂ ਉਹਦੇ ਅੱਗੇ ਪਿੱਛੇ ਫਿਰਨ ਲੱਗ ਗਈਆਂ ਹਨਾ। ਫਿਰ ਉਹ ਇਹੋ ਜਿਹੇ ਪਾਤਰ ਵੀ ਮੈਂ ਦੇਖੇ ਕਿ ਉਹ ਜੇਲ੍ਹ 'ਚ ਜੇ ਰਹੇ ਤਾਂ ਜੇਲ੍ਹ 'ਚ ਵੀ ਉਹਨਾਂ ਨੂੰ ਲੋਕ ਮਿਲਣ ਜਾਂਦੇ ਸੀ ਤਾਂ ਕਹਿੰਦੇ ਹੁੰਦੇ ਸੀ ਕਿ ਉਹ ਬਾਈ ਤਾਂ ਜੇਲਰ ਦੇ ਕਮਰੇ 'ਚ ਹੀ ਬੈਠਾ ਰਹਿੰਦਾ ਕੁਰਸੀ ਤੇ। ਅੱਛਾ। ਹਾਂ, ਤੇ ਔਰ ਇਹ ਕਰਤਾਰ ਸੀਗੇ ਅਸਲ 'ਚ, ਐਸੇ ਬੰਦੇ ਉਸ ਉਦੋਂ ਹੋਏ। ਹਾਂ, ਫਿਰ ਉਹ ਬਾਈ ਜਦੋਂ ਜੇਲ੍ਹ 'ਚੋਂ ਰਿਹਾ ਹੋਇਆ ਤਾਂ ਇੱਕ ਕਾਫਲਾ ਆਇਆ ਗੱਡੀਆਂ ਦਾ ਉਹਨਾਂ ਨੂੰ ਲੈਣ, ਪੋਲੀਟੀਕਲ ਬੰਦੇ, ਵੱਖ-ਵੱਖ ਪੋਲੀਟੀਕਲ ਪਾਰਟੀਆਂ। ਉਹ ਜੋਰਾ 'ਚ ਵੀ ਤੁਸੀਂ ਦੇਖਿਆ ਹੀ ਹੈ, ਜਦੋਂ ਜੋਰੇ ਨੂੰ ਬਾਹਰ ਲੈ ਕੇ ਆਉਂਦੇ ਆ ਬਾਅਦ 'ਚ ਲਾਭ ਹੀਰੇ ਦਾ ਅਖਾੜਾ ਲੱਗਦਾ। ਉਹ ਸਾਰੀਆਂ ਗੱਲਾਂ ਮੈਂ ਵੇਖੀਆਂ ਸੀਗੀਆਂ। ਤੇ ਜੋਰਾ ਦਾ ਇੱਕ ਜਿਹੜਾ ਇੱਕ ਉਹਦਾ ਮਤਲਬ ਇੱਕ ਉਹਦੀ ਟੈਗ ਲਾਈਨ ਸੀਗੀ ਕਿ ਰਾਜਨੀਤੀ ਗੁੰਡਿਆਂ ਦੀ ਆਖਰੀ ਪਨਾਹ ਹੁੰਦੀ ਹੈ। ਉਹ ਮੇਰੇ ਬਾਪੂ ਜੀ ਨੇ ਮੈਨੂੰ ਇੱਕ ਵਾਰੀ ਗੱਲ ਕਹੀ ਕਿ ਅਸੀਂ ਕਿਸੇ ਪਾਤਰ ਬਾਰੇ, ਕਿਸੇ ਬੰਦੇ ਬਾਰੇ ਗੱਲ ਕਰ ਰਹੇ ਸੀ ਕਿ ਉਹ ਬੰਦਾ ਜੇਲ੍ਹ 'ਚੋਂ ਬਾਹਰ ਆਇਆ, ਹੁਣ ਉਹ ਟਿਕਟ ਲੈਣ ਨੂੰ ਫਿਰਦਾ, ਜਾਂ ਉਹ ਇਹ ਸੋਚ ਰਿਹਾ ਕਿ ਮੈਂ ਖੁਦ ਆਪ ਰਾਜਨੀਤੀ 'ਚ ਆਵਾਂ, ਆਪਦੀ ਪਾਰਟੀ ਬਣਾਵਾਂ, ਜਾਂ ਉਹ ਕਿਸੇ ਰਾਜਨੀਤਿਕ ਪਾਰਟੀ 'ਚ ਚਲਾ ਜਾਵੇ। ਤਾਂ ਉਸ ਵਕਤ ਮੇਰੇ ਬਾਪੂ ਜੀ ਨੇ ਮੈਨੂੰ ਕਿਹਾ ਕਿ ਯਾਰ ਉਹਨੂੰ ਨਾ ਕਿਸੇ ਰਾਜਨੀਤਿਕ ਪਾਰਟੀ 'ਚ ਚਲਿਆ ਜਾਣਾ ਚਾਹੀਦਾ, ਕਿਉਂਕਿ ਹੁਣ ਬਸ ਜਿਹੜਾ ਉਹਨੇ ਸਫ਼ਰ ਸੀ ਸਾਰਾ, ਉਹ ਤਾਂ ਫਿਰ ਪੇਪਰ ਤਾਂ ਸਾਰੇ ਪਾਸ ਕਰ ਹੀ ਲਏ। ਉਹ ਕਹਿੰਦੇ ਹੁੰਦੇ ਆ, ਕਹਿੰਦਾ ਵੀ ਜਿਵੇਂ ਕਿਸੇ ਨੇ ਕਿਹਾ ਫਿਲਾਸਫਰ ਦੀ ਕਿ ਇਹ ਕੋਟੇਸ਼ਨ ਆ ਕਿ ਰਾਜਨੀਤੀ ਗੁੰਡਿਆਂ ਦੀ ਆਖਰੀ ਪਨਾਹ ਹੁੰਦੀ ਹੈ ਨਾ, ਪੋਲੀਟਿਕਸ ਇਜ਼ ਦਾ ਲਾਸਟ ਰਿਫਿਊਜ਼ ਆਫ ਦਾ ਸਕਾਊਂਡਰਲਸ। ਤਾਂ ਮੈਨੂੰ ਇਹ ਗੱਲ ਤੋਂ ਹੀ ਫਿਰ ਮੈਂ ਜੋਰਾ ਐਕਚੁਅਲੀ ਲਿਖੀ ਸੀਗੀ ਸਾਰੀਆਂ ਗੱਲਾਂ। ਤੁਸੀਂ ਸਹਿਮਤ ਵੀ ਸੀਗੇ? ਕਿਉਂਕਿ ਮੈਂ ਥੋੜੇ ਦਿਨ ਪਹਿਲਾਂ ਇੱਕ ਨੌਜਵਾਨ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦਾ ਸੀ ਕਿ ਸਾਡੀਆਂ ਫਿਲਮਾਂ 'ਚ ਸ਼ੁਰੂ ਤੋਂ, ਜਿੱਦਾਂ ਤੋਂ ਫਿਲਮਾਂ ਪੰਜਾਬ ਦੇ ਵਿੱਚ ਬਣੀਆਂ ਜਾਂ ਇੰਡੀਆ ਬਾਲੀਵੁੱਡ ਦੀਆਂ ਵੀ ਸੀ, ਸਿਆਸਤ ਨੂੰ ਮਾੜਾ ਹੀ ਦਿਖਾਇਆ ਗਿਆ। ਔਰ ਉਹ ਜ਼ਿਹਨ ਦੇ ਵਿੱਚ ਅਸੀਂ ਧਾਰ ਕੇ ਬੈਠੇ ਹਾਂ ਕਿ ਸਿਆਸਤ ਤਾਂ ਹੈ ਹੀ ਮਾੜੀ। ਕੱਲੀ ਸਿਆਸਤ ਨਹੀਂ, ਪੁਲਿਸ ਤੰਤਰ ਵੀ। ਤੁਸੀਂ ਕਦੇ ਵੀ ਦੇਖ ਲਓ, ਪੰਜਾਬੀ ਫਿਲਮ ਦਾ ਹੀਰੋ ਪੁਲਿਸ ਵਾਲਾ ਨਹੀਂ ਚੱਲ ਸਕਦਾ ਕਦੇ ਵੀ। ਮਤਲਬ ਜਿੱਦਾਂ ਹਿੰਦੀ 'ਚ ਦਬੰਗ ਚੱਲ ਜਾਂਦੀ ਆ ਹਨਾ, ਜਾਂ ਹੋਰ ਬਹੁਤ ਸਾਰੀਆਂ ਫਿਲਮਾਂ ਨੇ ਹਨਾ, ਵੀ ਪੁਲਿਸ ਵਾਲਾ ਇੰਸਪੈਕਟਰ ਹੀਰੋ ਆ, ਉਹ ਕੁੱਟਦਾ, ਲੋਕ ਬਹੁਤ ਇੰਜੋਏ ਕਰਦੇ ਆ। ਪੰਜਾਬੀ 'ਚ ਪੁਲਿਸ ਵਾਲਾ ਹੀਰੋ ਨਹੀਂ ਚੱਲ ਸਕਦਾ। ਇਹ ਤੁਹਾਡੀ ਧਾਰਨਾ ਹੈ ਕਿ ਤੁਹਾਨੂੰ ਇਹ ਯਕੀਨ ਹੈ ਵੀ ਨਹੀਂ ਚੱਲੂ? ਮੈਨੂੰ ਯਕੀਨ ਆ। ਉਹ ਇਸ ਕਰਕੇ ਆ ਕਿਉਂਕਿ ਪੁਲਿਸ, ਸਾਡੇ ਜਿਹੜੇ ਲੋਕ ਆ, ਸਾਡਾ ਜਿਹੜਾ ਵਿਰਸਾ, ਸਾਡਾ ਜਿਹੜਾ ਇਤਿਹਾਸ ਆ, ਅਸੀਂ ਵੈਸੇ ਹੀ ਖਾੜਕੂ ਹੁੰਦੇ ਆ ਪੰਜਾਬੀ, ਖੜਕੇ ਦੜਕੇ ਵਾਲੇ ਹੁੰਦੇ ਆ। ਉਹ ਖੜਕਾ ਦੜਕਾ ਅਸੀਂ ਕਿਸੇ ਧਾਰਮਿਕ ਜਾਂ ਕਿਸੇ ਰਾਜਨੀਤਿਕ ਫਿਲਾਸਫੀ ਦੇ ਅਧੀਨ ਵੀ ਕਰਦੇ ਹਾਂ ਤੇ ਆਪ ਦੀ ਮੁੱਛ ਪਿੱਛੇ ਵੀ ਕਰਦੇ ਹਾਂ, ਜਾਤੀ ਕਾਰਨਾਂ ਕਰਕੇ। ਉਹ ਜਦੋਂ ਜਾਤੀ ਕਾਰਨਾਂ ਕਰਕੇ ਕਰਦੇ ਹੁੰਦੇ ਸੀ ਪੁਰਾਣੇ, ਉਦੋਂ ਉਹਨਾਂ ਨੂੰ ਵੈਲੀ ਕਹਿੰਦੇ ਹੁੰਦੇ ਸੀ, ਵੈਲੀਆਂ ਦੀ ਦੁਸ਼ਮਣੀ ਹਨਾ। ਫਿਰ ਬਦਮਾਸ਼ ਕਹਿਣ ਲੱਗ ਗਏ। ਫਿਰ ਇਹ ਹਿੰਦੀ ਮੀਡੀਆ ਨੇ ਇਹ ਸ਼ਬਦ ਦਿੱਤਾ, ਗੈਂਗਸਟਰ। ਸਾਰਾ ਕੁਝ ਪਹਿਲਾਂ ਵੀ ਸੀਗਾ, ਨਵਾਂ ਨਹੀਂ ਹੈ। ਨਵਾਂ ਨਹੀਂ ਹੈ। ਜਦੋਂ ਤੋਂ ਚੈਨਲ ਆਏ, ਨਿਊਜ਼ ਚੈਨਲ ਆਏ ਨੇ, ਜਦੋਂ ਤੋਂ ਬਹੁਤ ਸਾਰੇ ਵੱਖ-ਵੱਖ ਪ੍ਰਾਈਵੇਟ ਨਿਊਜ਼ ਚੈਨਲ, ਔਰ ਤੁਸੀਂ ਬਹੁਤ ਸਾਰੇ ਇਹੋ ਜਿਹੇ ਅਖਬਾਰ ਆਏ ਜਿਹੜੇ ਉਹਨਾਂ ਘਰਾਣਿਆਂ ਨੇ ਕੱਢੇ ਜਿਹੜੇ ਅਸਲ 'ਚ ਹਿੰਦੀ ਅਖਬਾਰ ਕੱਢਦੇ ਸੀ। ਉਹਨਾਂ ਨੇ ਪੰਜਾਬੀ ਅਖਬਾਰ ਵੀ ਕੱਢੇ। ਤਾਂ ਉਹਨਾਂ ਦੀ ਤੁਸੀਂ ਇੱਕ ਸ਼ਬਦਾਵਲੀ ਪੜ੍ਹੋ, ਉਹ ਸ਼ਬਦਾਵਲੀ ਉਹਨਾਂ ਨੇ ਸਾਡੇ ਸਧਾਰਨ ਜਿਹੜੇ ਪੰਜਾਬੀ ਪੱਤਰਕਾਰ ਆ ਉਹਨਾਂ ਦੀ ਭਾਸ਼ਾ ਦੇ ਵਿੱਚ ਵੀ, ਜਿਵੇਂ ਜਨਾਨੀ ਕਹਿਣ 'ਚ ਸੰਗ ਆਉਣ ਲੱਗ ਗਈ, ਮਹਿਲਾ ਲਿਖਣ ਲੱਗ ਗਏ ਅਸੀਂ। ਜੇ ਕਿਤੇ ਜਨਾਨੀ ਲਿਖਦੀ ਏ ਤਾਂ ਫਿਰ ਅਗਲਾ ਕਹਿੰਦਾ ਯਾਰ ਇਹ ਕੀ ਭਾਸ਼ਾ ਵਰਤੀ ਹੈ। ਇਹੋ ਜਿਹੇ ਮੈਂ ਤੁਹਾਨੂੰ 100 ਸ਼ਬਦ ਮਤਲਬ ਇੱਕ ਖਬਰ 'ਚੋਂ ਦਿਖਾ ਦਿੰਦਾ ਜਿਹੜੇ ਹਿੰਦੀ ਦੇ ਸ਼ਬਦ ਨੇ। ਉਵੇਂ ਹੀ ਉਹ ਇੱਕ ਅੰਗਰੇਜ਼ੀ ਦਾ ਸ਼ਬਦ ਆ ਜਿਹੜਾ ਐਕਚੁਅਲੀ ਇਹ ਅਮਰੀਕਨ ਹਨਾ, ਜਾਂ ਉਹ ਜਿਹੜੇ ਲੋਕ ਸੀਗੇ ਉਹਨਾਂ 'ਚੋਂ ਆਇਆ ਹੋਇਆ ਇਹ ਸ਼ਬਦ ਆ ਉੱਥੋਂ ਹਨਾ। ਤਾਂ ਇਹ ਪਹਿਲਾਂ ਬੰਬੇ ਇੱਥੋਂ ਦੇ ਜਿਹੜੇ ਦਾਊਦ ਔਰ ਐਂਡ ਪਾਰਟੀ ਉਹਨਾਂ ਬਾਰੇ ਵਰਤਿਆ ਗਿਆ, ਫਿਰ ਇਹ ਬਿਹਾਰ ਬਾਰੇ ਵਰਤਿਆ ਗਿਆ, ਹੁਣ ਇਹ ਪੰਜਾਬ ਬਾਰੇ ਵਰਤਿਆ ਜਾਂਦਾ। ਪਰ ਪੰਜਾਬੀ ਇੱਦਾਂ ਦੇ ਹਮੇਸ਼ਾ ਹੀ ਰਹੇ ਆ। ਉਹਨਾਂ ਨੂੰ ਚਾਹੇ ਤੁਸੀਂ ਵੈਲੀ ਕਹਿ ਲਓ, ਚਾਹੇ ਉਹਨਾਂ ਨੂੰ ਬਦਮਾਸ਼ ਕਹਿ ਲਓ, ਚਾਹੇ ਹੁਣ ਉਹਨਾਂ ਨੂੰ ਗੈਂਗਸਟਰ ਕਿਹਾ ਜਾਂਦਾ।
ਮੈਂ ਇੱਥੇ ਟੁਕਣਾ ਚਾਹੁੰਦਾ, ਮੇਰੇ ਜ਼ਿਹਨ 'ਚ ਸਵਾਲ ਆ ਰਿਹਾ ਜੀ ਤੁਸੀਂ ਕਿਹਾ ਕਿ ਪੁਲਿਸ ਜਿਹੜੀ ਹੈ ਉਹ ਕਦੇ ਨਾਇਕ ਨਹੀਂ ਹੋ ਸਕਦੀ। ਜੀ ਉਹੀ ਪੰਜਾਬ ਦਾ ਪੁੱਤ ਹੁੰਦਾ ਜਦੋਂ ਤੱਕ ਉਹ ਪੰਜਾਬ ਪੁਲਿਸ ਦਾ ਟੈਸਟ ਕਲੀਅਰ ਕਰਕੇ ਭਰਤੀ ਨਹੀਂ ਹੋਇਆ ਹੁੰਦਾ, ਉਹਦੇ ਜ਼ਿਹਨ ਅੰਦਰ ਉਹੀ ਉਬਾਲੇ ਹੁੰਦੇ ਆ, ਜੀ ਜੀ ਉਹੀ ਉਹਦੀ ਤਬੀਅਤ ਵੀ ਉਹੋ ਜਿਹੀ ਹੁੰਦੀ ਹੈ। ਜੀ ਐਸਾ ਕੀ ਬਦਲ ਜਾਂਦਾ ਹੈ ਕਿ ਜਦੋਂ ਉਹਦੇ ਵਰਦੀ ਪੈ ਜਾਂਦੀ ਹੈ ਉਸ ਤੋਂ ਬਾਅਦ ਉਹ ਜਿਹੜਾ ਉਹ ਲੋਕਾਂ ਦਾ ਦੁਸ਼ਮਣ ਬਣ ਜਾਂਦਾ? ਅਸਲ 'ਚ ਗੱਲ ਇਹ ਨਹੀਂ ਗੀ ਕਿ ਆਪਾਂ ਇਹ ਵੀ ਦੇਖ ਸਕਦੇ ਹਾਂ ਕਿ ਇਹ ਨਹੀਂ ਜ਼ਾਤੀ ਤੌਰ ਤੇ ਹਰ ਪੁਲਿਸ ਆਫੀਸਰ ਹੀ ਮਾੜਾ ਹੋਵੇ, ਇਹ ਨਹੀਂ ਗੱਲ। ਬਹੁਤ ਸਾਰੇ ਚੰਗੇ ਪੁਲਿਸ ਆਫੀਸਰ ਵੀ ਹੋ ਸਕਦੇ ਆ, ਖਾਸ ਕਰਕੇ ਨਵੇਂ ਮੁੰਡੇ ਜਿਹੜੇ ਭਰਤੀ ਹੁੰਦੇ ਆ ਪਿਛਲੇ ਸਮੇਂ ਦੌਰਾਨ SSB ਪੱਧਰ ਤੱਕ ਵੀ ਮੈਂ ਦੇਖੇ, ਪਰ ਉਹ ਇਕੱਲੇ ਹੀ ਚੰਗੇ ਨੇ। ਉਸ ਸਿਸਟਮ ਦੀ ਜਿਹੜੀ ਇੱਕ ਪਛਾਣ ਬਣੀ ਵੀ ਆ ਸਾਡੇ ਤੇ, ਕਿਉਂਕਿ ਜਿਹੜੇ ਲੋਕਾਂ ਦਾ ਪੁਲਿਸ ਨਾਲ ਜ਼ਿਆਦਾ ਬਾਹ ਪਊਗਾ ਉਹਨਾਂ ਨੂੰ ਪੁਲਿਸ ਬਾਰੇ ਜ਼ਿਆਦਾ ਪਤਾ ਹੋਊਗਾ, ਤੇ ਜ਼ਿਆਦਾ ਬਾਹ ਉਹਨਾਂ ਦਾ ਪਊਗਾ ਜਿਨ੍ਹਾਂ ਦੇ ਲੜਾਈ ਝਗੜੇ ਡਾਂਗ ਸੋਟਾ ਹੁੰਦਾ ਹੀ ਰਹਿੰਦਾ। ਬਿਲਕੁਲ, ਉਹ ਸਾਡੇ ਵਾਲਿਆਂ ਦਾ ਹੁੰਦਾ ਹੀ ਰਹਿੰਦਾ, ਖੇਤਾਂ ਦੀ ਵੱਟ ਪਿੱਛੇ ਵੀ ਹੁੰਦਾ, ਮੁੱਛ ਪਿੱਛੇ ਵੀ ਹੁੰਦਾ, ਹਨਾ, ਹੋਰ ਵੀ ਬਹੁਤ ਸਾਰੇ ਝਗੜੇ ਅਸੀਂ ਕਰਦੇ ਰਹਿੰਦੇ ਹਾਂ। ਬਾਕੀ ਸਾਡੇ ਨਸ਼ੇ ਪੱਤੇ ਦਾ ਜਿਹੜਾ ਹੈਗਾ ਵਪਾਰ ਚੱਲਦਾ, ਹਨਾ, ਦਾਰੂ ਘਰ ਦੀ ਕੱਢਣ ਵਾਲਿਆਂ ਦਾ ਵੀ ਪੁਲਿਸ ਨਾਲ, ਹਨਾ। ਫਿਰ ਸਾਡੀ ਜਿਹੜੀ ਜਨਤਾ, ਸਾਡੇ ਲੋਕ ਪੱਖੀ ਜਿਹੜੀਆਂ ਜਥੇਬੰਦੀਆਂ ਨੇ, ਚਾਹੇ ਉਹ ਵਿਦਿਆਰਥੀ ਜਥੇਬੰਦੀ ਹੈ, ਚਾਹੇ ਉਹ ਅਧਿਆਪਕ ਯੂਨੀਅਨ ਆ, ਚਾਹੇ ਉਹ ਕਿਸਾਨ ਯੂਨੀਅਨ ਆ, ਉਹ ਧਰਨੇ ਲਾਉਂਦੀਆਂ, ਉਹਨਾਂ ਤੇ ਵੀ ਲਾਠੀ ਚਾਰਜ ਆ ਜਿਹੜਾ ਪੁਲਿਸ ਨੇ ਕਰਨਾ, ਜਾਂ ਹੋਰ ਇਹੋ ਜਿਹਾ ਬਿਹੇਵ ਕਰਦੀ ਆ ਪੁਲਿਸ, ਖਾਸ ਕਰਕੇ ਜਦੋਂ ਨਾਕੇ ਲੱਗੇ ਹੁੰਦੇ ਨੇ, ਟ੍ਰੈਫਿਕ ਦੇ ਨਾਂ ਤੇ ਚਲਾਨ ਕਰਨੇ। ਉਹ ਸਾਰਾ ਕੁਝ ਲੋਕਾਂ ਦੇ ਮਨ ਤੇ ਇੱਕ ਛਾਪ ਇਹ ਛੱਡੀ ਵੀ ਆ ਪੁਲਿਸ ਨੇ ਕਿ ਪੁਲਿਸ ਚੰਗੀ ਨਹੀਂ ਹੁੰਦੀ, ਹਨਾ। ਜਿੱਥੇ ਕ੍ਰਾਈਮ ਜ਼ਿਆਦੇ ਆ ਉੱਥੇ ਪੁਲਿਸ ਜ਼ਿਆਦੇ ਆ, ਉੱਥੇ ਲੋਕਾਂ ਨਾਲ ਪੁਲਿਸ ਦਾ ਜਿਹੜਾ ਹੈਗਾ ਵਾਸਤਾ ਉਹ ਜ਼ਿਆਦੇ ਆ, ਤੇ ਉੱਥੇ ਪੁਲਿਸ ਹਮੇਸ਼ਾ ਹੀ ਲੋਕ ਐਂ ਹੀ ਕਹਿੰਦੇ ਨੇ ਕਿ ਪੁਲਿਸ ਚੰਗੀ ਨਹੀਂ ਹੈ। ਪਰ ਕੀ ਜਿਹੜਾ 80-90 ਦੇ ਦਹਾਕੇ 'ਚ 25,000 ਦੇ ਨੇੜੇ ਨੌਜਵਾਨ ਮਾਰਤਾ ਘਰਾਂ ਚੋਂ ਚੱਕ ਕੇ, ਉਹਦਾ ਅਸਰ ਵੀ ਇੰਨਾ ਲੰਮਾ ਰਹੂਗਾ ਕਿ ਅੱਜ 2021 ਚ ਆ ਕੇ ਵੀ ਅਸੀਂ ਉਹ ਚਾਹੇ ਅਸੀਂ ਆਪ ਨਹੀਂ, ਜਿਹੜੀ ਨੌਜਵਾਨ ਪੀੜ੍ਹੀ ਹੈ ਜਿਨ੍ਹਾਂ ਨੇ ਦੇਖਿਆ ਵੀ ਨਹੀਂ, ਉਹ ਵੀ ਮਹਿਸੂਸ ਕਰਦੇ ਰਹਿਣਗੇ? ਹਾਂ, ਨਹੀਂ, ਇਹ ਵੀਰੇ ਦੋਨੇ ਤਰ੍ਹਾਂ ਦਾ ਅਸਰ ਹੁੰਦਾ। ਜੇ ਨਾਇਕਾਂ ਦਾ ਅਸਰ ਆ ਸਾਡੇ ਤੇ, ਜਿਹੜੇ ਸ਼ਹੀਦ ਹੋ ਗਏ, ਤਾਂ ਖਲਨਾਇਕਾਂ ਦਾ ਵੀ ਅਸਰ ਆ ਜਿਨ੍ਹਾਂ ਨੇ ਉਹਨਾਂ ਨੂੰ ਸ਼ਹੀਦ ਕਰਤਾ, ਜਾਂ ਪੁਲਿਸ ਮੁਕਾਬਲੇ ਬਣਾ ਤੇ, ਜਾਂ ਗਾਇਬ ਕਰਤੇ ਸਾਡੇ ਨੌਜਵਾਨ, ਉਹ ਵੀ ਉਵੇਂ ਹੀ ਯਾਦ ਰਹਿੰਦੇ ਨੇ ਨਾ। ਬਹੁਤ ਸਾਰੇ ਪੁਲਿਸ ਆਫੀਸਰ ਅੱਜ ਕੱਲ ਵੀ ਜਿਹੜੇ ਹੈਗੇ ਆ ਉਹ ਚਰਚਾ 'ਚ ਨੇ, ਖਬਰਾਂ 'ਚ ਨੇ, ਜਾਂ ਕੁਛ ਉਹ ਨੇ ਜਿਹੜੇ ਮਰ ਗਏ, ਜਾਂ ਕੁਛ ਉਹ ਨੇ ਜਿਨ੍ਹਾਂ ਨੇ ਆਪਦੇ ਆਪ ਗੋਲੀਆਂ ਮਾਰ ਲਈਆਂ। ਤਾਂ ਜਦੋਂ ਉਹਨਾਂ ਦੇ ਖਬਰ ਆਉਂਦੀ ਆ ਮਰਨ ਦੀ, ਤਾਂ ਆਮ ਲੋਕਾਂ ਦੇ ਵਿੱਚ ਇਹ ਗੱਲ ਹੁੰਦੀ ਆ ਕਿ ਚੰਗਾ ਹੋਇਆ KPS ਗਿੱਲ ਦੀ ਮੌਤ ਹੁੰਦੀ ਹੈ, ਥੱਲੇ ਉਹ ਬੱਚਿਆਂ ਦੇ ਕਮੈਂਟ ਸੀ 16-17 ਸਾਲ ਦੇ, ਜਿਹੜੀ ਉਦੋਂ ਦੇਖਿਆ ਨਹੀਂ ਵੀ ਚੰਗਾ ਹੋਇਆ, ਇਹ ਬੁੱਚੜ ਸੀਗਾ, ਮਰ ਗਿਆ। ਅਸੀਂ ਛੋਟੇ ਹੁੰਦੇ ਸੀਗੇ, ਮੈਂ ਆਪਦੇ ਪਿੰਡ ਪੜ੍ਹਦਾ ਹੁੰਦਾ ਸੀਗਾ, 6ਵੀਂ 7ਵੀਂ 'ਚ ਪੜ੍ਹਦਾ ਹੋਊਗਾ ਮੈਂ, ਇਹ 80 ਦੇ 78 79 80 ਦੀ ਗੱਲ ਆ। ਨਕਸਲਾਈਟ ਮੂਵਮੈਂਟ ਦਾ ਬਹੁਤ ਜ਼ੋਰ ਸੀ, ਚਰਮ ਤੇ ਸੀ, ਤੇ ਬਾਘਾ ਪੁਰਾਣਾ ਥਾਣਾ ਬਹੁਤ ਬਦਨਾਮ ਸੀ ਇਸ ਗੱਲ ਦੇ ਲਈ, ਹਨਾ। ਉੱਥੇ ਆਪਣਾ ਚਰਨ ਮਾਣੂਕੇ ਇੱਕ ਇਨਕਲਾਬੀ ਨੌਜਵਾਨ ਸੀ, ਉਹਨੂੰ ਪੁਲਿਸ ਨੇ ਕੁੱਟ ਕੇ ਤਸ਼ੱਦਦ ਕੀਤਾ, ਉਹਦੇ ਤੇ ਉਹ ਸ਼ਹੀਦ ਹੋ ਗਿਆ ਸੀ। ਬਾਘਾ ਪੁਰਾਣਾ ਥਾਣਾ ਤੜਕੇ ਨੂੰ ਘੇਰ ਲਿਆ, ਅਸੀਂ ਬਹੁਤ ਛੋਟੇ ਹੁੰਦੇ ਸੀ। ਹਰ ਜਗ੍ਹਾ ਤੇ ਅਸੀਂ ਦੇਖਿਆ ਨਾ ਕਿ ਚਾਹੇ ਰਾਜਨੀਤਿਕ ਤੌਰ ਤੇ, ਚਾਹੇ ਧਾਰਮਿਕ ਤੌਰ ਤੇ, ਜੋ ਵੀ ਲਹਿਰਾਂ ਚੱਲੀਆਂ ਨੇ। ਹੁਣ ਇਹ ਗੱਲ ਵੀ ਕਹੀ ਜਾ ਸਕਦੀ ਆ, ਕਹਿਣ ਵਾਲੇ ਵੀ ਕਹਿਣਗੇ ਪੁਲਿਸ ਆਪਦਾ ਕੰਮ ਕਰਦੀ ਹੈ, ਹਨਾ, ਪਰ ਇਹ ਗੱਲਾਂ ਉਹੀ ਕਹਿੰਦੇ ਨੇ ਜਿਨ੍ਹਾਂ ਦਾ ਵਾਹ ਨਹੀਂ ਪਿਆ ਹੁੰਦਾ ਪੁਲਿਸ ਨਾਲ। ਜਦੋਂ ਤੁਹਾਡਾ ਪੁਲਿਸ ਨਾਲ ਵਾਹ ਪੈਂਦਾ, ਉਹ ਪੁਲਿਸ ਕਿਵੇਂ ਕੰਮ ਕਰਦੀ ਹੈ। ਪਰ ਗਿੱਲ ਸਾਹਿਬ, ਜਿੱਥੋਂ ਮੈਂ ਸ਼ੁਰੂਆਤ ਕੀਤੀ ਸੀ, ਤੁਸੀਂ 70 ਦੇ ਦਹਾਕੇ ਦੀ ਨਕਸਲਾਈਟ ਮੂਵਮੈਂਟ ਦੀ ਗੱਲ ਕੀਤੀ, ਉਹ ਇੱਕ ਕੌਜ਼ ਵਾਸਤੇ ਲੜੇ। ਜੀ ਜੀ 80 ਦੇ ਦਹਾਕੇ ਚਾਹੇ ਧਾਰਮਿਕ ਹੋ ਗਈ ਲੜਾਈ, ਜਿਹੜੀ ਕੋਈ ਫੈਡਰਲ ਢਾਂਚੇ ਜਾਂ ਆਨੰਦਪੁਰ ਦੇ ਮਤੇ ਤੋਂ ਸ਼ੁਰੂ ਹੋਈ ਸੀ, ਉਹ ਖੜਕੂਵਾਦ ਵੀ ਕੌਜ਼ ਵਾਸਤੇ ਲੜੇ। ਬਿਲਕੁਲ। ਅੱਜ ਦਾ ਨੌਜਵਾਨ, ਅਸੀਂ ਰੋਜ਼ ਅਖਬਾਰਾਂ 'ਚ ਸੁਣਦੇ ਹਾਂ, ਕਦੇ ਕਿਸੇ ਦਾ ਕਤਲ ਹੋ ਜਾਂਦਾ, 2 ਦਿਨ ਪਹਿਲਾਂ 4 ਦਿਨ ਵਿੱਕੀ ਮਿੱਡੂ ਖੇੜਾ ਮਾਰਤਾ, ਉਦੋਂ ਪਹਿਲਾਂ ਮਲੋਟ ਮੰਨਾ ਮਾਰਤਾ, ਇਸ ਤਰ੍ਹਾਂ ਦੇ ਨੌਜਵਾਨ, ਕੁਲਬੀਰ ਨਰੂਆਣਾ ਮੁੰਡਾ ਤੁਹਾਡੇ ਬਠਿੰਡੇ ਵਾਲਾ ਮਾਰਤਾ, ਲਾਰੈਂਸ ਬਿਸ਼ਨੋਈ ਆ ਮੁੰਡਾ, ਉਹਦਾ ਨਾਂ ਹੈ। ਇਹਨਾਂ ਦਾ ਕੌਜ਼ ਕੀ ਹੈ ਜੀ? ਇਹ ਕਿਉਂ ਹਥਿਆਰ ਚੱਕ ਰਹੇ ਹੈ? ਇਹ ਅਸਲ ਦੇ ਵਿੱਚ ਇਸ ਸਾਰਿਆਂ ਦਾ ਹੀ ਆਪਾਂ ਨੂੰ ਦੁੱਖ, ਕਿਉਂਕਿ ਐਕਚੁਅਲੀ ਤਾਂ ਪੰਜਾਬ ਦੇ ਹੀ ਪੁੱਤ ਨੇ ਉਹ, ਜਿਹੜਿਆਂ ਨੇ ਅੱਜ ਮਾਰਿਆ
ਕਿਸੇ ਨੂੰ, ਉਹ ਕੱਲ ਨੂੰ ਉਹ ਵੀ ਮਾਰੇ ਜਾਣੇ ਨੇ, ਜਾਂ ਬਿਲਕੁਲ। ਤਾਂ ਇਹਨਾਂ ਦੀ ਗਰੁੱਪ ਦੀ ਦੁਸ਼ਮਣੀ ਚ ਮਾਰੇ ਜਾਣੇ ਨੇ, ਜਾਂ ਪੁਲਿਸ ਨੇ ਮਾਰ ਦੇਣੇ। ਉਹਨਾਂ ਦਾ ਵੀ ਸਾਨੂੰ ਦੁੱਖ ਆ। ਪੰਜਾਬ ਦੇ ਪੁੱਤ ਮਾਰੇ ਜਾਂਦੇ ਆ ਨਾ ਜੀ। ਅਸਲ ਦੇ ਵਿੱਚ ਮੈਂ ਹਮੇਸ਼ਾ ਹੀ ਇਹ ਗੱਲ ਕਹਿਣਾ ਹੁੰਦਾ ਕਿ ਜਦੋਂ ਲੋਕਾਂ ਦੇ ਵਿੱਚ ਕੋਈ ਰਾਜਨੀਤਿਕ ਚੇਤਨਾ ਵਾਲੀਆਂ ਲਹਿਰਾਂ ਨਹੀਂ ਚੱਲਦੀਆਂ ਹੁੰਦੀਆਂ, ਉਹਨਾਂ ਦੀ ਗੈਰ ਹਾਜ਼ਰੀ ਹੁੰਦੀ ਹੈ, ਤਾਂ ਇਹੋ ਜਿਹੇ ਬਹੁਤ ਸਾਰੇ ਵਰਤਾਰੇ ਉਦੋਂ ਵਾਪਰਦੇ ਨੇ। ਹੁਣ ਵੀ ਤੁਸੀਂ ਦੇਖ ਲਓ ਕਿ ਪੰਜਾਬ ਦੇ ਵਿੱਚ ਕੋਈ ਇਸ ਕਿਸਮ ਦੀ ਲਹਿਰ ਨਹੀਂ ਸੀ, ਹਨਾ। ਖਾੜਕੂਵਾਦ ਤੋਂ ਬਾਅਦ ਕੋਈ ਇਹੋ ਜਿਹੀ ਲਹਿਰ ਨਹੀਂ ਆਈ ਜਿਹੜੀ ਜਨ ਚੇਤਨਾ ਨੂੰ ਪ੍ਰਭਾਵਿਤ ਕਰੇ, ਇੱਕ ਪੂਰਾ ਪੰਜਾਬ ਉਹਦੇ ਨਾਲ ਜੁੜਿਆ ਹੋਇਆ ਹੋਵੇ, ਹਨਾ। ਉਹਦੀ ਜਿਹੜੀ ਗੈਰ ਹਾਜ਼ਰੀ ਹੈ ਲਗਭਗ 2 ਦਹਾਕੇ, ਹਾਂ, ਉਹ ਫਿਰ ਤੁਹਾਨੂੰ ਵਿਅਕਤੀਗਤ ਪਛਾਣਾਂ ਬਾਰੇ, ਮਤਲਬ ਤੁਹਾਡੇ ਅੰਦਰ, ਕਿਉਂਕਿ ਹਰ ਕੋਈ ਬੰਦੇ ਨੂੰ ਆਪਦੀ ਇੱਕ ਟੌਰ ਚਾਹੀਦੀ ਹੈ, ਇੱਕ ਮੁੱਛ ਖੜੀ ਚਾਹੀਦੀ ਹੈ, ਆਪਦਾ ਇੱਕ ਹੰਕਾਰ ਆ, ਉਹ ਤੁਹਾਨੂੰ ਉਹਨਾਂ ਲਹਿਰਾਂ ਦੀ ਗੈਰ ਹਾਜ਼ਰੀ ਹੈ ਜਿਹੜੀ ਉਹ ਵਿਅਕਤੀਗਤ ਤੌਰ ਤੇ ਸੋਚਣ ਲਾ ਦਿੰਦੀ ਹੈ ਕਿ ਮੈਂ ਕੀ ਹਾਂ ਯਾਰ। ਕਿਸੇ ਟਾਈਮ ਤੁਸੀਂ ਇਹ ਸੋਚਣਾ ਹੁੰਦਾ ਕਿ ਮੈਂ ਲਹਿਰ ਦਾ ਹਿੱਸਾ, ਹਨਾ, ਮੈਂ ਕੁਛ ਨਹੀਂ ਗਾ। ਮੈਂ ਕੋਈ ਨਕਸਲਾਈਟ ਮੂਵਮੈਂਟ ਦਾ ਬੰਦਾ ਕਹਿ ਸਕਦਾ ਕਿ ਮੈਂ ਲਹਿਰ ਦੇ ਲਈ ਲੜ ਰਿਹਾ, ਕੋਈ ਖਾੜਕੂ ਲਹਿਰ ਦਾ ਬੰਦਾ ਕਹੂਗਾ ਕਿ ਮੈਂ ਪੰਥ ਦੇ ਲਈ ਲੜ ਰਿਹਾ, ਹਨਾ। ਪਰ ਜਦੋਂ ਬੰਦੇ ਕੋਲੇ ਇਹ ਸਾਰੇ ਜਿਹੜੇ ਆ ਫਲਸਫੇ ਨਹੀਂ ਹੁੰਦੇ, ਤਾਂ ਫਿਰ ਉਹ ਨਿੱਜ ਲਈ ਲੜਦਾ, ਨਿੱਜ ਦੀਆਂ ਗੱਲਾਂ ਕਰਦਾ। ਉਹ ਮੇਰੀ ਚੌਧਰ ਹੋਵੇ, ਮੇਰੀ ਪ੍ਰਧਾਨਗੀ ਹੋਵੇ, ਮੇਰੀ ਕਾਲਜ 'ਚ ਪ੍ਰਧਾਨਗੀ ਹੋਵੇ, ਮੇਰੀ ਫਲਾਣੇ ਥਾਂ ਪ੍ਰਧਾਨਗੀ ਹੋਵੇ। ਇਹ ਮਾਨਸਿਕਤਾ ਡਿਵੈਲਪ ਕਿਉਂ ਹੁੰਦੀ ਹੈ? ਇਹੀ ਮੇਰਾ ਸਵਾਲ ਸੀਗਾ ਕਿ ਇਹਦਾ ਕਾਰਨ ਕੀ, ਸੋਸਾਇਟੀ ਕਾਰਨ? ਇਹ ਮਾਨਸਿਕਤਾ ਸਾਡੀ ਪੰਜਾਬੀਆਂ ਦੀ ਹੈਗੀ ਹੋਈ ਹੈ ਨਾ, ਇਹ ਮੁੱਢ ਤੋਂ ਰਹੀ ਹੈ ਸਾਡੀ। ਮੈਂ ਤੁਹਾਨੂੰ ਦੱਸਦਾ, ਸਾਡੇ ਪਿੰਡਾਂ 'ਚ ਕੀ ਹੁੰਦਾ ਸੀ, ਅੱਜ ਤੱਕ ਵੀ ਆ। ਤੁਸੀਂ ਆਪਦੇ ਘਰ ਤੋਂ ਦੂਜੇ ਪਾਸੇ, ਦੂਜੀ ਫਿਰਨੀ ਤੇ 2 ਗੇੜੇ ਦੇ ਦਿਓ ਉਹੀ, ਹਨਾ, ਤਾਂ ਤੁਹਾਨੂੰ ਤੀਜੇ ਗੇੜੇ ਰੋਕ ਕੇ ਪੁੱਛ ਲੈਂਦੇ ਸੀ ਵੀ ਕੀ ਗੱਲ ਆ ਬਾਈ, ਕਿਵੇਂ ਬੜੇ ਗੇੜੇ ਮਾਰਦਾ ਫਿਰਦਾ। ਬਿਲਕੁਲ। ਉਹਦੇ ਅੰਦਰ ਇੱਕ ਖੁੰਦਕ ਹੁੰਦੀ ਸੀ ਵੀ ਐਂ ਅਸੀਂ ਤੈਨੂੰ ਟੱਪਣ ਨਹੀਂ ਦਿੰਦੇ, ਐਂ ਥੋੜੀ ਆ ਵੀ ਤੂੰ ਸਾਡੇ ਬਾਰ ਮੂਰ ਦੀ ਉਹੀ ਗੇੜੇ ਮਾਰੀ ਜਾਂਦਾ। ਜੋ ਕੁਛ ਬੋਲਦਾ ਤਾਂ ਢਾਹ ਲੈਂਦੇ, ਹਨਾ। ਜੇ ਉਹ ਢਾਹ ਲੈਂਦੇ ਤਾਂ ਫਿਰ ਜਵਾਬ ਦਿੰਦਾ ਅੱਗੋਂ, ਤੋਂ ਲੜਾਈ ਹੋ ਜਾਂਦੀ ਹੈ ਨਾ। ਉਵੇਂ ਉਹ ਵੱਟ ਦੇ ਰੌਲੇ ਵੀ ਸਾਡੇ ਐਂ ਸੀ, ਹਨਾ। ਜਿਹੜੇ ਲੋਕ ਹੋਰ ਸਾਧਨ ਸੰਪੰਨ ਹੁੰਦੇ ਨੇ ਕਿ ਉਹਨਾਂ ਨੂੰ ਰੋਜੀ ਰੋਟੀ ਦਾ ਤੇ ਇਹਨਾਂ ਚੀਜ਼ਾਂ ਦਾ ਫਿਕਰ ਨਹੀਂ ਹੁੰਦਾ, ਜਦੋਂ ਤਾਂ ਫਿਰ ਉਹ ਚੌਧਰ ਆਉਂਦੀ ਆ। ਜਿਵੇਂ ਸਾਡੇ ਜਿਹਦੇ ਕੋਲੇ ਰੋਜੀ ਰੋਟੀ ਦੀ ਕੋਈ ਪ੍ਰੋਬਲਮ ਨਹੀਂ, ਉਹ ਪਹਿਲਾਂ ਪੰਚ ਖੜਾ ਹੁੰਦਾ ਪੰਜਾਬ ਪਿੰਡਾਂ 'ਚ। ਦਿਮਾਗ ਜਦੋਂ ਕਿਤੇ ਹੋਰ ਲਾਉਣਾ ਹੀ ਨਹੀਂ, ਜਾਂ ਕੋਈ ਫਿਕਰ ਹੀ ਨਹੀਂ ਕਿਸੇ ਗੱਲ ਦਾ, ਫਿਰ ਉਹ ਸਰਪੰਚੀ ਚ ਆਉਂਦਾ, ਫਿਰ ਉਹ ਬਲਾਕ ਸੰਮਤੀ ਚ ਆਉਂਦਾ, ਫਿਰ ਉਹ ਕਿਹੜਾ ਕੋਈ ਵੱਡਾ ਲੀਡਰ ਆਉਂਦਾ, ਉਹਦੇ ਹਾਰ ਹੂਰ ਪਾਉਣ ਲੱਗ ਜਾਂਦਾ। ਤਾਂ ਉਹ ਇੱਕ ਰਾਜਨੀਤੀ, ਉਹ ਆਪਦੀ ਪਛਾਣ ਲੱਭ ਰਿਹਾ ਅਸਲ 'ਚ। ਉਸ ਸਮਾਜ ਦੇ ਵਿੱਚ ਇੱਕ ਸਤਿ ਸ੍ਰੀ ਅਕਾਲ ਭਾਲਦਾ ਹਰ ਕੋਈ। ਸਾਡੇ ਅਸੀਂ ਕਹਿੰਦੇ, ਪਰ ਇਹ ਦੇਖਿਆ ਕਿ ਜਿਵੇਂ ਕੈਨੇਡਾ ਬਹੁਤ ਨੌਜਵਾਨ, ਜਿਹੜਾ ਪੀੜ੍ਹੀ ਸਾਡੀ ਚੱਲ ਗਈ, ਉੱਥੇ ਜਾ ਕੇ ਵੀ ਗੈਂਗਸਟਰਵਾਦ 'ਚ ਕੁਛ ਇੱਕ ਨੌਜਵਾਨ ਪਏ। ਉਹ ਮੈਨੂੰ ਰੀਸੈਂਟਲੀ ਪਤਾ ਲੱਗਿਆ ਕਿ ਉੱਥੇ ਵੀ ਕੁਛ ਇੱਕ ਨਾਮੀ ਗੈਂਗਸਟਰ ਨੇ ਜਿਹੜੇ ਪੰਜਾਬ ਦੇ ਹੈਗੇ। ਪਹਿਲਾਂ ਸ਼ੁਰੂ ਤੋਂ ਹੀ, ਬਹੁਤ ਪਹਿਲਾਂ ਤੋਂ ਸਾਡੇ ਪੰਜਾਬੀ ਮੁੰਡੇ ਉੱਥੇ ਮਾਰੇ ਗਏ। ਜਿਵੇਂ ਆਪਣਾ ਫਿਲਮ ਵੀ ਬਣੀ ਆ, ਮੁੰਡੇ ਦਾ ਨਾਮ ਭੁੱਲ ਗਿਆ ਮੈਂ, ਉਹਦਾ ਬਿੰਦੀ ਜੌਲ। ਬਿੰਦੀ ਜੌਲ, ਹਾਂ। ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ, ਗੱਲ ਉਹੀ ਹੈ ਨਾ। ਤਾਂ ਉਹਨੂੰ ਮਾਨਸਿਕਤਾ ਨੂੰ ਕੈਰੀ ਕਰਕੇ ਲੈ ਗਿਆ ਜਾਏ ਉੱਥੇ, ਭਾਵੇਂ ਉੱਥੇ ਉਹ ਕਿੰਨਾ ਕਿਸੇ ਕੰਮ 'ਚ ਬਿਜ਼ੀ ਹੋਵੇ, ਜਾਂ ਉੱਥੋਂ ਦੀ ਸੋਸਾਇਟੀ ਡਿਫਰੈਂਟ ਹੋਵੇ। ਪਹਿਲੀ ਗੱਲ ਤਾਂ ਉਹ ਜਿਵੇਂ ਕਹਿੰਦੇ ਬਲੱਡ ਲਾਈਨ ਹੈ ਸਾਡੀ। ਇਹ ਪਹਿਲੀ ਗੱਲ ਤਾਂ ਜਿਹੜਾ ਜੱਟ ਹੋਣਾ ਨਾ, ਉਹ ਨਹੀਂ ਟਿਕਣ ਦਿੰਦਾ। ਭਾਵੇਂ ਨਾਂਗੀ ਹੋਵੇ ਜੱਟ, ਘੱਟ ਪੈਸੇ ਵਾਲਾ ਹੋਵੇ, ਉਹਨੂੰ ਜੱਟ ਹੋਣਾ ਨਹੀਂ ਟਿਕਣ ਦਿੰਦਾ, ਹਨਾ। ਫਿਰ ਉਹਨੂੰ ਲੱਗਦਾ ਹੈ ਕਿ ਉਹ ਕਹਿੰਦੇ ਹੁੰਦੇ ਨਾ ਵੀ ਅਸੀਂ ਤਾਂ ਫਿਰ ਮਤਲਬ ਫਿਰ ਬਾਹਰ ਆ ਗਏ, ਉੱਥੇ ਵੀ ਉਹ ਪੈਸੇ ਕਮਾਉਂਦੇ ਆ, ਹਨਾ। ਬਾਰ-ਬਾਰ ਇੱਕ ਗੱਲ ਤਾਂ ਕਲੀਅਰ ਆ ਨਾ ਕਿ ਬਾਹਰ ਗਰੀਬ ਨਹੀਂ ਹੋ ਸਕਦਾ ਕੋਈ, ਹਨਾ। ਬਿਲਕੁਲ, ਅਸੀਂ ਤਾਂ ਗਰੀਬ ਨਹੀਂ ਮਾਨ। ਤੇ ਬਾਹਰ ਤਾਂ ਸਾਡੇ ਕੋਲੇ ਬਹੁਤ ਕੁਝ ਹੁੰਦਾ। ਉੱਥੇ ਫਿਰ ਰੈਸਟੋਰੈਂਟ ਨੇ, ਗੱਡੀਆਂ ਨੇ, ਟਰੱਕ ਚੱਲਦੇ ਨੇ। ਫਿਰ ਉਹ ਖੁੰਦਕ ਉਹੀ ਪਿੰਡਾਂ ਵਾਲੀ। ਪਰ ਇਸ ਗੱਲ 'ਚ ਮਰਿਆ ਵੀ ਤਾਂ ਸਹੀ ਉਹ। ਇਹ ਦੁਖਾਂਤ, ਇਹੀ ਤਾਂ ਦੁਖਾਂਤ ਆ ਨਾ। ਇਹ ਅਸਲ 'ਚ ਇਹ ਗੱਲ ਨੂੰ ਇੰਨੀ ਛੋਟੀ ਨਹੀਂ ਗੀ ਗੱਲ, ਜਾਂ ਇਹਨੂੰ ਐਂ ਆਪਾਂ ਕੋ ਯਾਰ ਇਹ
ਮੈਂ ਕਈ ਵਾਰੀ ਦੇਖਦਾ ਉਹਨਾਂ ਕਿਸੇ ਐਨਕਾਊਂਟਰ ਦੀ ਖਬਰ ਹੁੰਦੀ ਆ ਜਾਂ ਕਿਸੇ ਮੁੰਡੇ ਦੇ ਮਰ ਜਾਣ ਦੀ ਖਬਰ ਹੁੰਦੀ ਆ, ਉਹਦੇ 'ਚ ਕਈ ਕਮੈਂਟ ਇਦਾਂ ਦੇ ਹੁੰਦੇ ਆ ਕਿ ਚੰਗਾ ਹੋਇਆ ਮਰ ਗਿਆ। ਪਰ ਮੈਨੂੰ ਬਹੁਤ ਇਸ ਗੱਲ ਦਾ ਦੁੱਖ ਹੁੰਦਾ ਕਿ ਯਾਰ ਇਹ ਨਹੀਂ ਗੀ ਗੱਲ ਚੰਗਾ ਹੋਇਆ ਮਰ ਗਿਆ, ਇਹੋ ਜਿਹੀ ਕੋਈ ਗੱਲ ਨਹੀਂ ਗੀ। ਮਰ ਜਾਣਾ ਔਰ ਕਿਸੇ ਮਨੋਰਥ ਲਈ ਮਰ ਜਾਣਾ, ਇੱਕ ਵਿਅਰਥ ਮਾਰੇ ਜਾਣਾ, ਇੱਕ ਉਸ ਬੰਦੇ ਦਾ ਮਰ ਜਾਣਾ ਜਿਹੜਾ ਲੋਕਾਂ ਖਾਤਰ ਕੁਝ ਕੰਮ ਕਰਦਾ ਸੀ, ਇੱਕ ਉਸ ਬੰਦੇ ਦਾ ਮਰ ਜਾਣਾ ਜਿਹੜਾ ਲੋਕਾਂ ਦੇ ਵਿਰੋਧ 'ਚ ਕੰਮ ਕਰਦਾ ਸੀ, ਇੱਕ ਉਸ ਬੰਦੇ ਦਾ ਮਰ ਜਾਣਾ ਜਿਹੜਾ ਸਿਸਟਮ ਦਾ ਪਿਆਦਾ ਸੀ, ਇੱਕ ਉਸ ਬੰਦੇ ਦਾ ਮਰ ਜਾਣਾ ਜਿਹੜਾ ਸਿਸਟਮ ਦੇ ਖਿਲਾਫ ਲੜਿਆ। ਇਹ ਸਾਰੀਆਂ ਗੱਲਾਂ ਅੱਡ ਅੱਡ ਨੇ। ਆਪਾਂ ਐਵੇਂ ਹੀ ਕਹਿ ਦਈਏ, ਮੈਂ ਕਿਸੇ ਬਹੁਤ ਵੱਡੇ ਪੰਜਾਬੀ ਫਿਲਮ ਮੈਂ ਕਰਨੀ ਸੀਗੀ ਤੇ ਮੈਂ ਕਿਸੇ ਬਹੁਤ ਵੱਡੇ ਐਕਟਰ ਨੂੰ ਕਿਹਾ, ਸਾਡਾ ਭਰਾ ਹੀ ਹੈ, ਤੇ ਉਹ ਮੈਨੂੰ ਕਹਿੰਦਾ, ਮੈਂ ਕਿਹਾ ਵੀ ਆਹ ਕਹਾਣੀ ਤੁਹਾਨੂੰ ਸੁਣਾਉਣੀ। ਉਹ ਕਹਿੰਦਾ ਭਾਜੀ ਤੁਹਾਡੇ ਨਾਲ ਮੈਂ ਫਿਲਮ ਕਰਨ ਨੂੰ ਤਿਆਰ ਆ, ਤੁਸੀਂ ਬਹੁਤ ਅੱਛਾ ਕੰਮ ਕਰਦੇ ਹੋ, ਮੈਂ ਮੰਨਦਾ ਤੁਹਾਡੇ ਕੰਮ ਨੂੰ, ਪਰ ਮੈਂ ਕਿਸੇ ਗੈਂਗਸਟਰ ਨੂੰ ਪ੍ਰਮੋਟ ਨਹੀਂ ਕਰਨਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਗੈਂਗਸਟਰ ਨੂੰ ਪ੍ਰਮੋਟ ਨਹੀਂ ਕਰ ਰਹੇ ਆਪਾਂ, ਪਰ ਚਲੋ ਜੇ ਤੁਹਾਨੂੰ ਇਹ ਲੱਗਦਾ ਤਾਂ ਆਪਾਂ ਇਸ ਵਿਸ਼ੇ ਤੇ ਗੱਲ ਹੀ ਨਹੀਂ ਕਰਦੇ। ਮੈਂ ਗੱਲ ਛੱਡਤੀ ਹੈਗਾ, ਮੈਂ ਕਿਹਾ ਚੱਲ ਆਪਾਂ ਕਿਸੇ ਹੋਰ ਵਿਸ਼ੇ ਤੇ ਫਿਲਮ ਬਣਾਵਾਂਗੇ। ਹੁਣ ਜਿਹੜੀ ਇਹ ਗੱਲ ਕਰਦੇ ਆ ਹਨਾ, ਮੈਨੂੰ ਵੀ ਕਹਿੰਦੇ ਆ ਤੁਸੀਂ ਹਥਿਆਰ ਪ੍ਰਮੋਟ ਕਰਦੇ ਹੋ, ਗੈਂਗਸਟਰ ਪ੍ਰਮੋਟ ਕਰਦੇ ਹੋ, ਇਹ ਨਹੀਂ ਕੀ ਗੱਲ, ਇਹੋ ਜਿਹੀ ਕੋਈ ਗੱਲ ਨਹੀਂ। ਅਸੀਂ ਉਸ ਸਿਸਟਮ ਦੀ ਗੱਲ ਕਰਦੇ ਹਾਂ, ਜਿਹੜੇ ਸਿਸਟਮ ਅਸੀਂ ਇਹ ਦੱਸਦੇ ਹਾਂ ਕਿ ਇਹ ਸਾਰਾ ਕੁਛ ਆ ਜਿਹੜਾ ਇਹ ਇੰਨਾ ਸੌਖਾ ਨਹੀਂਗਾ, ਔਰ ਇਹਦਾ ਜਿਹੜਾ ਅੰਤ ਆ ਉਹ ਬਹੁਤ ਖਤਰਨਾਕ ਆ। ਮੇਰੀ ਆਉਣ ਵਾਲੀ ਫਿਲਮ ਮਰ ਜਾਣੇ, ਉਹ ਇਸ ਵਿਸ਼ੇ ਤੇ ਇੱਕ ਵੱਖਰੇ ਐਂਗਲ ਤੋਂ ਆ ਫਿਲਮ, ਕਿ ਸਾਡੇ ਯੰਗਸਟਰ ਜਿਹੜੇ ਮੁੰਡੇ ਕਾਲਜਾਂ 'ਚ ਪੜ੍ਹਦੇ ਆ, ਜਿਹੜੇ ਗਾਣੇ ਵੀ ਹਥਿਆਰਾਂ ਵਾਲੇ ਗਾਉਂਦੇ ਆ ਹਨਾ, ਥੋੜਾ ਨਸ਼ੇ ਪੱਤੇ ਵੱਲ ਵੀ ਜਾਂਦੇ ਆ, ਸ਼ਰਾਰਤਾਂ ਵੀ ਕਰਦੇ ਆ, ਉਹ ਗੱਲ ਸਭ ਅਸਰ ਤਾਂ ਹੁੰਦਾ ਹੈ। ਹਾਂ, ਉਹ ਫਿਰ ਕਿਵੇਂ ਫਸਦੇ ਆ ਤੇ ਕਿੱਥੋਂ ਤੱਕ ਜਾਂਦੇ ਆ, ਤੇ ਫਿਰ ਉਹ ਗੈਂਗਸਟਰ ਬਣਨ ਤੱਕ ਜਾਂਦੇ ਆ, ਕਿਵੇਂ ਸਿਸਟਮ, ਕਿਵੇਂ ਪੁਲਿਸ, ਕਿਵੇਂ ਨੇਤਾ ਉਹਨਾਂ ਨੂੰ ਵਰਤਦੇ ਆ, ਤੇ ਕਿਵੇਂ ਫਿਰ ਉਹਨਾਂ ਨੂੰ ਖਤਮ ਕਰ ਦਿੰਦੇ ਆ, ਮਾਰ ਦਿੰਦੇ ਆ ਉਹਨਾਂ ਨੂੰ। ਉਹ ਫਿਲਮ ਦਾ ਨਾਂ ਹੀ ਮਰ ਜਾਣੇ ਆ ਆਉਣ ਵਾਲੇ ਦਿਨਾਂ ਦੇ ਵਿੱਚ। ਪਰ ਤੁਹਾਨੂੰ ਨਹੀਂ ਲੱਗਦਾ ਅਸਰ ਨਹੀਂ ਹੁੰਦਾ? ਮੈਂ ਕਹਿੰਦਾ ਵਾਸਤਵ ਦੇਖ ਕੇ ਕਿੰਨੇ ਬੰਦੇ ਹੋਣਗੇ ਜਿਨ੍ਹਾਂ ਨੇ ਉਹੋ ਜਿਹੀ ਫੀਲ ਲਈ ਹੋਣੀ ਹੈ, ਉਵੇਂ ਚੈਨੀ ਚੁੰਨੀ ਪਾ ਕੇ ਗੈਂਗਸਟਰਾਂ 'ਚ ਵੀ ਇਹ ਫੀਲ ਆ ਗਿਆ ਹੋਣਾ। ਅਸਰ ਹੁੰਦਾ, ਇਹਦੇ 'ਚ ਕੋਈ ਸ਼ੱਕ ਨਹੀਂਗਾ। ਇਹ ਆਪਾਂ ਇਹ ਕਹਿ ਦਈਏ ਕਿ ਨਹੀਂ ਅਸੀਂ ਤਾਂ, ਪਰ ਗੱਲ ਇਹ ਆ ਕਿ ਇਹ ਅਸਰ ਤਾਂ ਵੀ ਆ ਜੇ ਉਹ ਫਿਲਮਾਂ ਨਾ ਹੋਣ ਹਨਾ। ਜੇ ਅਸਰ ਇਦਾਂ ਹੁੰਦਾ ਤਾਂ ਬਹੁਤ ਸਾਰੀਆਂ ਚੰਗੀਆਂ ਫਿਲਮਾਂ ਵੀ ਹੁੰਦੀਆਂ ਨੇ, ਉਹਨਾਂ ਦਾ ਕੋਈ ਅਸਰ ਨਹੀਂ ਲੈਂਦਾ ਹਨਾ। ਦੂਸਰੀ ਗੱਲ ਇਹ, ਗੀਤਾਂ ਬਾਰੇ ਵੀ ਇਹੀ ਸੋਚਦੇ ਹੋ ਤੁਸੀਂ? ਦੂਸਰੀ ਆਪਾਂ ਪਹਿਲਾਂ ਗੱਲ ਕਰ ਲਈਏ। ਦੂਸਰੀ ਗੱਲ ਇਹ ਆ ਕਿ ਜਿਹੜੇ ਵੀ ਇਹ ਮੁੰਡੇ ਨੇ ਪਿਛਲੇ ਦਿਨਾਂ 'ਚ ਮਾਰੇ ਗਏ, ਜਾਂ ਜਿਹੜੇ ਗੈਂਗਸਟਰ ਜਿਨ੍ਹਾਂ ਨੂੰ ਕਿਹਾ ਜਾਂਦਾ, ਜਿਹੜੇ ਗਰੁੱਪ ਨੇ, ਉਹ ਕਿਸੇ ਫਿਲਮ ਤੋਂ ਪ੍ਰਭਾਵਿਤ ਨਹੀਂ ਗਏ। ਉਹਨਾਂ ਨੇ ਕਦੇ ਕੋਈ ਇਹੋ ਜਿਹੀਆਂ ਫਿਲਮਾਂ ਵਾਲੀਆਂ ਗੱਲਾਂ ਨਹੀਂ ਕੀਤੀਆਂ। ਫਿਲਮਾਂ ਉਹਨਾਂ ਤੋਂ ਪ੍ਰਭਾਵਿਤ ਹੁੰਦੀਆਂ ਨੇ। ਬਾਅਦ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਫਿਲਮਾਂ ਤੋਂ ਜਵਾਕ ਦੂਜੇ ਪ੍ਰਭਾਵਿਤ ਹੁੰਦੇ ਨੇ, ਪਰ ਜੇ ਤੁਸੀਂ ਫਿਲਮਾਂ ਵਿੱਚੋਂ ਕੱਢ ਦਿਓ ਤਾਂ ਸਿੱਧੇ ਜਵਾਕ ਉਹਨਾਂ ਤੋਂ ਵੀ ਪ੍ਰਭਾਵਿਤ ਨੇ। ਉਹਨਾਂ ਦੇ ਫੇਸਬੁੱਕ ਪੇਜ ਦੇਖੋ, ਉਹਨਾਂ ਦੀਆਂ ਪੋਸਟਾਂ ਦੇਖੋ। ਬਿਲਕੁਲ, ਮੈਂ ਇਹੋ ਜਿਹੇ ਜਵਾਕਾਂ ਨੂੰ ਵੀ ਜਾਣਦਾ ਕਿ ਇੱਕ ਜਵਾਕ ਦੀ ਮੈਂ ਕਿਸੇ ਕਾਰ ਨਾਲ ਫੋਟੋ ਦੇਖੀ, ਮੈਂ ਉਹਨੂੰ ਕਿਹਾ ਵੀ ਆਹ ਕੀ ਫੋਟੋ ਆ, ਵੀ ਤੇਰੀ ਇਹ ਕਾਰ? ਕਹਿੰਦਾ ਨਹੀਂ। ਮੈਂ ਕਿਹਾ ਵੀਰੇ ਕਿਉਂ ਖਿਚਾਈ ਫੋਟੋ? ਕਹਿੰਦਾ ਇਹ ਉਹ ਫਲਾਣੇ ਬਾਈ ਦੀ ਕਾਰ ਹੈ। ਅੱਛਾ, ਬਾਈ ਅੰਦਰ ਸੀਗਾ, ਫੋਟੋ ਤਾਂ ਉਹਦੇ ਨਾਲ ਖਿਚਾਉਣੀ ਸੀ, ਫਿਰ ਅਸੀਂ ਕਾਰ ਨਾਲ ਹੀ ਖਿਚਾ ਲਈ। ਮਤਲਬ ਉਹ ਤਾਂ ਫਿਲਮ ਤੋਂ ਇਸ ਹੱਦ ਤੱਕ ਉਹਦੇ ਅੰਦਰ, ਉਹਦੇ ਜ਼ਿਹਨ 'ਚ ਚੀਜ਼ਾਂ। ਬਹੁਤ ਜਵਾਕ ਨੇ ਐਂ ਕਰਦੇ ਨੇ ਹਨਾ। ਇਹਦੇ ਵਿੱਚ ਕਿਤੇ ਸਾਡੇ ਵਰਗੇ, ਸਾਡੀਆਂ ਫਿਲਮਾਂ ਵੀ ਕਿਤੇ ਜ਼ਿੰਮੇਵਾਰ ਹੁੰਦੀਆਂ ਹੋਣਗੀਆਂ, ਮੈਂ ਇਸ ਗੱਲ ਤੋਂ ਮੁਨਕਰ ਨਹੀਂਗਾ, ਪਰ ਸਾਡਾ ਮਕਸਦ ਆ ਜਿਹੜਾ, ਉਹ ਅਸਲ ਦੇ ਵਿੱਚ ਇਹ ਹੈ ਕਿ ਜਿਹੜਾ ਸਿਸਟਮ ਆ ਉਹਦੇ ਅੰਦਰਲੀਆਂ ਗੱਲਾਂ ਕੀ ਨੇ ਹਨਾ। ਇਹ ਤਾਂ ਇੱਕ ਬਾਹਰੋਂ ਦੇਖ ਰਿਹਾ ਨਾ, ਅੰਦਰ ਕੀ ਆ ਉਹਦੇ ਹਨਾ, ਕਿਵੇਂ ਕਿਵੇਂ ਉਹ ਬੁਣਤੀਆਂ ਬੁਣੀਆਂ ਵੀਆਂ ਨੇ ਹਨਾ। ਔਰ ਦੂਸਰੀ ਗੱਲ ਇਹ ਵੀ ਆ ਕਿ ਜਿਹੜਾ ਸਿਨੇਮਾ, ਉਹ ਜਿੱਥੋਂ ਤੱਕ ਮੇਰਾ ਸਵਾਲ ਆ, ਮੈਂ ਉਸ ਸਿਨੇਮੇ ਨੂੰ ਕੋਈ ਇਸ ਕਰਕੇ ਨਹੀਂ ਬਣਾ ਰਿਹਾ ਕਿ ਕੋਈ ਬਹੁਤ ਪੈਸੇ ਕਮਾਉਂਦਾ। ਪਤਾ ਹੀ ਆ ਲੋਕਾਂ ਨੂੰ ਕਿੰਨੇ ਕੁ ਪੈਸੇ ਕਮਾਏ ਆ ਜੋਰਾ ਨੇ ਜਾਂ ਜੋਰਾ ਸੈਕੰਡ ਚੈਪਟਰ ਨੇ। ਮੈਂ ਇਸ ਕਰਕੇ ਨਹੀਂ ਕਰਦਾ, ਮੈਂ ਉਸ ਸਿਸਟਮ ਬਾਰੇ ਉਹ ਬਿਆਨ ਦੇਣਾ ਚਾਹੁੰਦਾ, ਉਹ ਗੱਲ ਕਰਨੀ ਚਾਹੁੰਦਾ
ਜੋਰਾ 10 ਨੰਬਰੀਆ 'ਚ ਮੈਂ ਹੋਰ ਗੱਲ ਕੀਤੀ, ਜੋਰਾ ਸੈਕੰਡ ਚੈਪਟਰ 'ਚ ਮੈਂ ਹੋਰ ਗੱਲ ਕੀਤੀ, ਹੁਣ ਮਰ ਜਾਣੇ 'ਚ ਮੈਂ ਹੋਰ ਗੱਲ ਕੀਤੀ। ਉਹ ਮੈਂ ਕਰਨੀ ਚਾਹੁੰਦਾ। ਉਹ ਮੈਂ ਖੜਕੂਬਾਦ ਬਾਰੇ ਵੀ ਜੇ ਫਿਲਮ ਬਣਾਉਂਗਾ ਉਹਦੇ 'ਚ ਵੀ ਮੈਂ ਕੋਈ ਗੱਲ ਕਰਨੀ ਚਾਹੂੰਗਾ, ਕੋਈ ਆਪਣਾ ਬਿਆਨ ਦੇਣਾ ਚਾਹੂੰਗਾ, ਹੈ ਨਾ। ਉਵੇਂ ਮੈਂ ਜੇ 1947 ਦੀ ਵੰਡ ਤੇ ਕੋਈ ਫਿਲਮ ਬਣਾਉਂਗਾ ਤਾਂ ਉੱਥੇ ਵੀ ਮੈਂ ਕੋਈ ਗੱਲ ਕਹਿਣੀ ਚਾਹੂੰਗਾ, ਹੈ ਨਾ। ਮੇਰਾ ਸਿਨੇਮੇ ਦੇ ਬਾਰੇ ਜਿਹੜਾ ਹੈਗਾ ਨਜ਼ਰੀਆ ਉਹ ਇਸ ਤਰ੍ਹਾਂ ਦਾ। ਆਖਰੀ ਸਵਾਲ ਹੈ, ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਰਤਾਰਾ ਬਦਲਦਾ ਨਜ਼ਰ ਆਊਗਾ, ਜਾਂ ਤੁਹਾਨੂੰ ਲੱਗਦਾ ਹੈ ਕਿ ਇਹ ਇਸੇ ਤਰ੍ਹਾਂ ਰਹੂਗਾ, ਪਹਿਲਾਂ ਵੀ ਸੀਗਾ ਐਂ ਹੀ ਰਹੂਗਾ? ਇਹ ਤੁਸੀਂ ਇੱਕ ਗੱਲ ਸਮਝੋ ਕਿ ਸਭ ਕਹਿੰਦੇ ਨੇ ਕਿ ਸੱਭਿਅਕ ਸਮਾਜ ਦੇ ਵਿੱਚ ਹਿੰਸਾ ਦੀ ਕੋਈ ਥਾਂ ਨਹੀਂ ਹੁੰਦੀ। ਸੱਭਿਅਕ ਕਲਾ 'ਚ ਵੀ ਹਿੰਸਾ ਦੀ ਕੋਈ ਥਾਂ ਨਹੀਂ ਹੁੰਦੀ, ਹਨਾ। ਜਦੋਂ ਕਲਾ ਬਹੁਤ ਸਿਖਰ ਤੇ ਪਹੁੰਚ ਜੂਗੀ ਤਾਂ ਉਹਨੂੰ ਹਿੰਸਾ ਦੀ ਜਾਂ ਨਗੇਜ ਦੀ ਜਾਂ ਊਟ ਪਟਾਂਗ ਗਾਣਿਆਂ ਦੀ ਜਾਂ ਊਟ ਪਟਾਂਗ ਚੁਟਕਲਿਆਂ ਦੀ ਕੋਈ ਜ਼ਰੂਰਤ ਨਹੀਂ ਹੁੰਦੀ, ਹਨਾ। ਜਦੋਂ ਪੰਜਾਬੀ ਸਿਨੇਮਾ ਜਾਂ ਸਾਡਾ ਦੇਸ਼ ਦਾ ਹੀ ਜਿਹੜਾ ਮੇਨ ਸਟਰੀਮ ਸਿਨੇਮਾ ਉਹ ਉਸ ਲੈਵਲ ਤੇ ਜਾਊਗਾ, ਜਾਂ ਹੁਣ ਵੀ ਤੁਸੀਂ ਬਹੁਤ ਸਾਰੀਆਂ ਫਿਲਮਾਂ ਦੇਖਦੇ ਹੋ ਜਿਹੜੀਆਂ ਬਹੁਤ ਚੰਗੀਆਂ ਫਿਲਮਾਂ ਨੇ, ਜਿਹੜੀਆਂ ਇਹ ਸਾਰੇ ਕਾਸੇ ਤੋਂ ਰਹਿਤ ਨੇ, ਫਿਰ ਵੀ ਉਹ ਬਹੁਤ ਚੰਗੀਆਂ ਫਿਲਮਾਂ ਨੇ। ਉਸੇ ਹੀ ਤਰ੍ਹਾਂ ਸਮਾਜ ਆ ਕਿ ਸਮਾਜ ਜਦੋਂ ਬਹੁਤ ਜਿਹੜਾ ਹੈਗਾ ਬੌਧਿਕ ਤੌਰ ਤੇ ਬਹੁਤ ਬਰੀਕ, ਬਹੁਤ ਸਿਆਣੇ ਜਵਾਕ ਪੈਦਾ ਹੁੰਦੇ ਆ, ਉਹ ਪੜ੍ਹਦੇ ਆ, ਪੜ੍ਹਾਈ ਕਰਦੇ ਆ, ਜਾਂ ਜੋ ਵੀ ਕਿਸੇ ਵੀ ਫੀਲਡ 'ਚ ਉਹ ਕੰਮ ਕਰਦੇ ਆ, ਤਾਂ ਉਹ ਬਹੁਤ ਉਹਨਾਂ ਦਾ ਇੱਕ ਜਿਹੜਾ ਬੌਧਿਕ ਪੱਧਰ ਆ ਉਹ ਉਸ ਲੈਵਲ ਤੇ ਜਾਊਗਾ, ਉਹ ਬਹੁਤ ਸੱਭਿਅਕ ਸਮਾਜ ਹੋਊਗਾ। ਉਸ ਸਮਾਜ ਦੇ ਵਿੱਚ ਔਰਤ ਬਾਰੇ ਵੀ ਰਾਏ ਹੋਰ ਤਰ੍ਹਾਂ ਦੀ ਹੋਊਗੀ। ਉਸ ਸਮਾਜ ਦੇ ਵਿੱਚ ਪੁਲਿਸ ਦੀ ਵੀ ਜਿਹੜੀ ਆ ਬੰਦਿਆਂ ਬਾਰੇ, ਜਿਹੜੀ ਆਮ ਜਨਤਾ ਬਾਰੇ ਰਾਏ ਹੋਰ ਹੋਊਗੀ। ਆਪਾਂ ਦੇਖਦੇ ਹਾਂ ਬਾਹਰਲੇ ਦੇਸ਼ਾਂ ਦੀ ਪੁਲਿਸ ਕਿ ਉਹ ਇੱਕ ਬੱਚੇ ਦੇ ਸਾਹਮਣੇ ਵੀ ਉਹ ਮਾਫੀ ਮੰਗ ਰਹੇ ਆ, ਹਨਾ। ਇਹ ਸਾਰਾ ਕੁਛ ਇੱਕ ਅਸੀਂ ਹਲੇ ਬਹੁਤ ਪਿਛੜੇ ਵੇ ਲੋਕ, ਅਸੀਂ ਬਹੁਤ ਅਸੱਭਿਅਕ ਸਮਾਜ ਦੇ ਵਿੱਚ ਰਹਿ ਰਹੇ ਹਾਂ। ਅਸੱਭਿਅਕ ਇਕੱਲਾ ਸਮਾਜ ਹੀ ਨਹੀਂ, ਪੂਰਾ ਸਾਡਾ ਢਾਂਚਾ ਹੀ ਅਸੱਭਿਅਕ ਆ, ਜਿਹਦੇ 'ਚ ਸਾਡੀ ਰਾਜਨੀਤੀ ਵੀ ਹੈ, ਹਨਾ, ਜਿਹਦੇ 'ਚ ਸਾਡਾ ਸਮਾਜ ਵੀ ਹੈ, ਜਿਹਦੇ 'ਚ ਸਾਡਾ ਕਾਨੂੰਨ ਵੀ ਹੈ। ਉਸ ਤੁਸੀਂ ਦੇਖੋ ਕਿਸ ਤਰ੍ਹਾਂ ਨਾਲ ਪੇਸ਼ ਆਉਂਦੇ ਨੇ। ਮੈਂ ਇੱਕ ਛੋਟੀ ਜਿਹੀ ਗੱਲ, ਆਪਣੀ ਲੰਮੀ ਨਾ ਹੋ ਜਾਏ, ਮੈਂ ਇੱਕ ਵੀਡੀਓ ਦੇਖਿਆ, ਜਿਵੇਂ ਤੁਸੀਂ ਬੈਠੇ ਹੋ ਐ ਇੱਕ ਨੇਤਾ ਬੈਠਾ ਹੈ, ਆਹ ਫਰੇਮ ਲੱਗਿਆ ਹੈ, ਇੱਕ ਬੇਬੇ ਮੇਰੀ ਮਾਂ ਇੱਥੇ ਖੜੀ ਹੈ, ਉਹ ਵਾਰੀ ਉਹ ਬੰਦਾ ਪਤਾ ਨਹੀਂ ਕੀ ਖਾ ਰਿਹਾ, ਉਹਦੇ ਕੰਨੀ ਨਿਗਾਹ ਹੀ ਨਹੀਂ ਕਰ ਰਿਹਾ। ਇਹ ਇੱਕ ਅਸੱਭਿਅਕ ਰਾਜਨੀਤੀ ਦਾ ਨਮੂਨਾ ਹੈ। ਇੱਕ ਥਾਣੇਦਾਰ ਜਾਂ ਕੋਈ ਸਿਪਾਹੀ ਕਿਸੇ ਧੀ ਭੈਣ ਦੀ ਗੁੱਤ ਪੱਟਦਾ ਹੈ, ਹਨਾ, ਜਾਂ ਕੋਈ ਰਾਜਨੇਤਾ ਕਿਸੇ ਧੀ ਭੈਣ ਦੀ ਗੁੱਤ ਪੱਟਦਾ, ਇਹ ਇੱਕ ਅਸੱਭਿਅਕ ਸਮਾਜ, ਅਸੱਭਿਅਕ ਰਾਜਨੀਤੀ, ਅਸੱਭਿਅਕ ਪੁਲਿਸ ਤੰਤਰ ਦਾ, ਹਨਾ। ਇੱਕ ਬੰਦਾ ਦੂਸਰੇ ਬੰਦੇ ਨੂੰ ਮਾਰਦਾ, ਉਹ ਨਹੀਂ ਮਨਾ ਸਕਿਆ, ਉਹਦੇ ਗੋਲੀ ਮਾਰਦਾ, ਹਨਾ, ਉਹ ਵੀ ਇੱਕ ਅਸੱਭਿਅਕ ਸਮਾਜ ਦੀ ਗੱਲ, ਹਨਾ। ਅਸੀਂ ਗਾਲਾਂ ਕੱਢਦੇ ਹਾਂ, ਮੈਂ ਬਹੁਤ ਗਾਲਾਂ ਕੱਢਦਾ, ਹਨਾ। ਅਸੀਂ ਸੱਭਿਅਕ ਲੋਕ ਨਹੀਂ ਹਾਂ, ਅਸੀਂ ਪ੍ਰੋਸੈਸ 'ਚ ਹਾਂ ਹਲੇ। ਔਰ ਦੁਖਾਂਤ ਇਹ ਆ ਕਿ ਅਸੀਂ ਬਹੁਤ ਸਦੀਆਂ ਤੋਂ ਪ੍ਰੋਸੈਸ 'ਚ ਹੀ ਚੱਲ ਰਹੇ ਹਾਂ, ਉਹ ਕੰਪਲੀਟ ਹੀ ਨਹੀਂ ਹੋ ਰਿਹਾ, ਇਹ ਬਹੁਤ ਵੱਡਾ ਦੁਖਾਂਤ ਆ। ਸਿਨੇਮਾ ਵੀ ਤਾਂ ਅਸੱਭਿਅਕ ਹੈ ਸਾਡਾ ਸਭ ਕੁਝ ਹੀ। ਹੁਣ ਪੰਜਾਬ ਦੀ ਗੱਲ ਕਰ ਲਓ, ਮੈਨੂੰ ਕਈ ਵਾਰੀ ਇਹ ਮਹਿਸੂਸ ਹੁੰਦਾ ਵੀ ਯੂਨੀਵਰਸਿਟੀਆਂ ਸਾਡੀਆਂ ਜਾਂ ਤਾਂ ਆਸ਼ਕੀ ਵਾਸਤੇ ਦਿਖਾਈਆਂ ਜਾਂਦੀਆਂ, ਜਾਂ ਉਹ ਕੋਈ ਫੀਮ ਖਾਣ ਵਾਸਤੇ ਜਾਂ ਲੜਾਈ ਝਗੜੇ ਵਾਸਤੇ, ਉਸ ਤੋਂ ਤਾਂ ਉੱਠਿਆ ਹੀ ਨਹੀਂ ਕਦੇ ਕੋਈ। ਉਹ ਵੀ ਗਾਇਕੀ ਦੇਖ ਲਓ ਸਾਡੀ, 4 ਸ਼ਾਟ ਉਹੀ ਲੱਗਦੇ ਜੀ। ਪੰਜਾਬ ਯੂਨੀਵਰਸਿਟੀ ਦਾ ਦਿਖਾਉਣਾ, ਜਾਂ ਤਾਂ ਉਹ ਬੁਲਟ ਤੇ ਆਊਗਾ, ਜਾਂ ਜੀਪ ਤੇ ਆਊਗਾ, ਜਾਂ ਹੋਸਟਲ 'ਚੋਂ ਫੀਮ ਖਾਈ ਜਾਂਦਾ, ਜਾਂ ਕੁੜੀ ਨਾਲ ਜੇ ਕੋਈ ਪ੍ਰੇਮ ਸੰਬੰਧ ਦਾ ਸ਼ਾਟ ਲੈਣਾ ਤਾਂ ਉਹ ਕਦੇ ਇੱਧਰ ਨੂੰ ਭੱਜਦੇ, ਕਦੇ ਉੱਧਰ ਨੂੰ। ਬਸ ਤੁਸੀਂ ਇਹ ਯੂਨੀਵਰਸਿਟੀ ਦਾ ਪੱਧਰ ਇਦੋਂ ਵੀ ਵੱਡਾ ਉੱਚਾ, ਉਹ ਕਦੇ ਸੋਚਿਆ ਹੀ ਨਹੀਂ। ਤੁਸੀਂ ਕਿਸੇ ਮੁੰਡਿਆਂ ਤੋਂ, ਜਵਾਕਾਂ ਤੋਂ ਇਸ ਟਾਈਮ ਇਹ ਪੁੱਛ ਕੇ ਦੇਖੋ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕਿਹੜੇ ਸੰਕਟ 'ਚ ਹੈ ਇਸ ਵੇਲੇ, ਦੱਸੋ। ਬਸ ਇਹ ਲਿਖ ਦਿਓ ਤੁਸੀਂ, ਕੋਈ ਨਹੀਂ ਦੱਸ ਸਕਦਾ। ਬਹੁਤ ਘੱਟ ਲੋਕ
ਦੱਸਣਗੇ ਬਹੁਤ ਘੱਟ। ਉਹਨਾਂ ਨੂੰ ਪਤਾ ਹੀ ਨਹੀਂ ਕਿ ਕੀ ਸੰਕਟ ਆ। ਜੇ ਪੰਜਾਬ ਯੂਨੀਵਰਸਿਟੀ ਮੰਨ ਲਓ ਕੱਲ ਨੂੰ ਖੋ ਵੀ ਲਈ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹਨਾਂ ਨੂੰ ਸੰਕਟ ਦਾ ਹੀ ਨਹੀਂ ਪਤਾ। ਜਿਹੜੇ ਲੋਕਾਂ ਨੂੰ ਸੰਕਟ ਦਾ ਨਹੀਂ ਪਤਾ, ਉਹਨਾਂ ਨੂੰ ਨੁਕਸਾਨ ਦਾ ਵੀ ਨਹੀਂ ਪਤਾ। ਨੁਕਸਾਨ ਦਾ ਵੀ ਉਹਨੂੰ ਪਤਾ ਜਿਹਨੂੰ ਉਹਦੀ ਹਾਜ਼ਰੀ ਦਾ ਪਤਾ, ਜਿਹਨੂੰ ਉਹਦੇ ਸੰਕਟ ਦਾ ਪਤਾ। ਇਸ ਕਰਕੇ ਅਸੀਂ ਪਤਾ ਨਹੀਂ ਕਿਹੜੀ ਦੁਨੀਆ 'ਚ ਜਿਉਂ ਰਹੇ ਹਾਂ। ਮੈਨੂੰ ਜਵਾਕ ਬਹੁਤ ਪਿਆਰੇ ਨੇ, ਛੋਟੇ ਭਰਾ ਭਤੀਜੇ ਸਾਰੇ ਮੈਨੂੰ ਬਹੁਤ ਪਿਆਰੇ ਨੇ। ਮੈਂ ਉਹਨਾਂ ਨਾਲ ਬਹੁਤ ਗੱਲਾਂ ਕਰਦਾ ਹਨ। ਪਰ ਮੈਨੂੰ ਇਦਾਂ ਲੱਗਦਾ ਕਿ ਅਸੀਂ ਜਦੋਂ ਛੋਟੇ ਹੁੰਦੇ ਸੀ, ਅਸੀਂ ਰਾਜਨੀਤਿਕ ਤੌਰ ਤੇ, ਸਮਾਜਿਕ ਤੌਰ ਤੇ ਚੇਤਨ ਬਹੁਤ ਸੀ। ਅਸੀਂ ਅਖਬਾਰ ਬਹੁਤ ਪੜ੍ਹਦੇ ਸੀ। ਹੁਣ ਨਹੀਂ ਪੜ੍ਹਦਾ ਕੋਈ। ਸਾਨੂੰ ਇਹ ਵੀ ਪਤਾ ਹੁੰਦਾ ਸੀ ਕਿਹੜਾ ਲੀਡਰ ਆ, ਕਿਹੜਾ ਮੰਤਰੀ ਆ, ਕੀ ਪ੍ਰੋਬਲਮ ਆ, ਕਿੱਥੇ ਕੀ ਹੋਇਆ, ਹਨਾ, ਕਿਹੜੀ ਸਟੇਟ 'ਚ ਕੀ ਹੋਇਆ। ਹੁੰਦੇ ਤਾਂ ਅਸੀਂ ਵੀ ਲੰਡਰ ਮਹਿਕਮਾ ਹੀ ਸੀਗਾ, ਕੋਈ ਇਹ ਥੋੜੀ ਆਮ ਸੀਗੇ ਅਸੀਂ ਤੇ। ਪਰ ਇਹ ਸਾਰੀਆਂ ਗੱਲਾਂ ਸਾਨੂੰ ਪਤਾ ਸੀ। ਅਸੀਂ ਪੜ੍ਹਦੇ ਸੀ, ਕਿਤਾਬਾਂ ਪੜ੍ਹਦੇ ਸੀ, ਅਸੀਂ ਮੈਗਜ਼ੀਨ ਪੜ੍ਹਦੇ ਸੀ, ਅਸੀਂ ਫਿਲਮਾਂ ਬਾਰੇ ਡਿਸਕਸ਼ਨ ਕਰਦੇ ਸੀ, ਅਸੀਂ ਸਾਹਿਤ ਸਭਾਵਾਂ 'ਚ ਜਾਂਦੇ ਸੀ। ਗਿੱਲ ਸਾਹਿਬ ਜੀ ਨਹੀਂ ਸੀ ਲੱਗਦਾ ਜੇ ਬੁੱਧਵਾਰ ਨੂੰ ਕੋਈ ਰਸਾਲਾ ਆਉਂਦਾ ਸੀ, ਸਾਈਕਲ ਚੱਕ ਕੇ 4 ਵਾਰੀ ਗੇੜਾ ਦੁਕਾਨ ਤੇ ਲਾਇਆ ਹੁੰਦਾ ਸੀ ਕਿਤਾਬਾਂ ਵਾਲੀ ਤੇ। ਜੇ ਉਹ ਲੇਟ ਹੋ ਜਾਂਦਾ ਸੀ ਫਿਰ 2 ਵਾਰੀ ਹੋਰ ਜਾਣਾ ਪੁੱਛਣ ਵੀ ਆਇਆ ਨਹੀਂ, ਅਜੇ ਆਇਆ ਨਹੀਂ। ਉਹ ਦੌਰ ਖਤਮ ਹੈ ਹੁਣ। ਮਤਲਬ ਅਸੀਂ ਫੋਨ ਚੱਕਦੇ ਹਾਂ ਔਰ ਫੋਨ ਤੇ ਜ਼ਿਆਦਾਤਰ ਆ ਜਿਹੜਾ ਉਹ ਸਿਰਫ ਗਾਇਕੀ, ਹਨਾ, ਗਾਇਕਾਂ ਦੀਆਂ ਤੇ ਇੱਕ ਜਿਹੜੇ ਸਾਡੇ ਵੈਬ ਪੋਰਟਲ ਜਾਂ ਚੈਨਲ ਜੇ ਇਹਨਾਂ ਦੀਆਂ ਖਬਰਾਂ 'ਚ ਉਲਝਿਆ ਰਹਿੰਦਾ। ਇਸ ਕਰਕੇ ਮੈਂ ਇਹੀ ਕਹਿਣਾ ਹੁੰਦਾ ਕਿ ਖੜੋਤਾ ਹੈ। ਕਿਉਂਕਿ ਰਾਜਨੀਤਿਕ ਤੌਰ ਤੇ, ਸਮਾਜਿਕ ਤੌਰ ਤੇ ਕੋਈ ਲੋਕ ਲਹਿਰ ਨਹੀਂ ਚੱਲ ਰਹੀ। ਜਦੋਂ ਉਹ ਲਹਿਰ ਚੱਲਦੀ ਆ, ਉਹਦਾ ਅਸਰ ਕਬੂਲਦੇ ਆ ਪੰਜਾਬੀ ਯੰਗਸਟਰ ਵੀ ਕਬੂਲਦੇ ਆ, ਹਨਾ। ਕਿਸਾਨ ਅੰਦੋਲਨ ਦਾ ਅਸਰ ਸਾਡੇ ਨੌਜਵਾਨਾਂ ਨੇ ਕਬੂਲਿਆ, ਅਸੀਂ ਉਹਨਾਂ ਨੂੰ ਗਲਤ ਨਹੀਂ ਕਹਿ ਸਕਦੇ। ਪਰ ਇਹ ਲਹਿਰ ਕਿੱਡੀ ਤਾਕਤਵਰ ਆ ਔਰ ਕਿੰਨੀ ਚੱਲਣੀ ਆ, ਕਿੱਥੋਂ ਤੱਕ ਇਹਦਾ ਕੀ ਅਸਰ ਆ, ਇਹ ਗੱਲਾਂ ਬਹੁਤ। ਜਦੋਂ PSU ਦਾ ਟਾਈਮ ਹੁੰਦਾ ਸੀ ਤਾਂ ਸਾਰਿਆਂ ਨੂੰ ਪਤਾ ਹੁੰਦਾ ਸੀ ਵੀ PSU ਹੈਗੀ ਆ। ਕਾਲਜਾਂ 'ਚ ਰੋਡੇ ਕਾਲਜ ਹੜਤਾਲ ਹੋ ਗਈ, ਹਨਾ। ਉਹ ਇਨਕਲਾਬੀ ਖੱਬੇ ਪੱਖੀ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਦਾ, ਹਨਾ। ਫਿਰ ਖਾੜਕੂਵਾਦ ਦਾ ਟਾਈਮ ਆਇਆ ਤਾਂ ਸਭ ਨੂੰ ਪਤਾ ਸੀ, ਸਿੱਖ ਸਟੂਡੈਂਟ ਫੈਡਰੇਸ਼ਨ ਦਾ ਸਭ ਨੂੰ ਪਤਾ ਸੀ। ਉਹ ਸਾਰਿਆਂ ਨੂੰ ਪਤਾ ਸੀ, ਹਰ ਜਗ੍ਹਾ ਬੈਠੇ ਨੂੰ ਪਤਾ ਸੀਗਾ ਕਿ ਕੀ ਹੋ ਰਿਹਾ। ਹੁਣ ਹੈ ਨਹੀਂ ਇਦਾਂ, ਮਿਸਿੰਗ ਹੈ ਉਹ। ਇਸ ਕਰਕੇ ਇਸ ਗੱਲ ਦਾ ਜਵਾਬ ਆਪਣੇ ਕੋਲੇ ਹਲੇ ਹੈ ਨਹੀਂ ਕਿ ਇਹ ਸਾਰਾ ਕੁਝ ਕਦੋਂ ਹੋਊਗਾ। ਪਰ ਇਹ ਸਾਨੂੰ ਪਤਾ ਕਿ ਜੇ ਆਹ ਚੀਜ਼ਾਂ ਨਹੀਂ ਹੋਣਗੀਆਂ ਤਾਂ ਇਹ ਸਾਰਾ ਕੁਝ ਹੋ ਗਿਆ ਸਮਝਾਂਗੇ ਅਸੀਂ। ਬਹੁਤ ਧੰਨਵਾਦ ਸਮਾਂ ਦੇਣ ਵਾਸਤੇ। ਗਿੱਲ ਸਾਹਿਬ ਦੇ ਨਾਲ ਤਫਸੀਲ ਦੇ ਵਿੱਚ ਇਹਨਾਂ ਸਾਰੇ ਵਿਸ਼ਿਆਂ ਦੇ ਉੱਤੇ ਗੱਲਬਾਤ ਹੋਈ ਹੈ। ਚੰਗਾ ਲੱਗਿਆ, ਉਮੀਦ ਹੈ ਤੁਹਾਨੂੰ ਵੀ ਚੰਗਾ ਲੱਗਿਆ ਹੋਊਗਾ। ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ, ਔਨ 에ਅਰ ਮੁੰਬਈ।